ਹੈਲੋ ਦੋਸਤੋ, ਅੱਜ ਅਸੀਂ ਕਿਰਿਆ ਟੌਪਿਕ ਬਾਰੇ ਪੜ੍ਹਾਂਗੇ। ਕਿਰਿਆ ਨੂੰ ਦੋਸਤੋ ਇੰਗਲਿਸ਼ ਵਿੱਚ ਕੀ ਕਿਹਾ ਜਾਂਦਾ ਹੈ? ਵਰਬ ਕਿਹਾ ਜਾਂਦਾ ਇੰਗਲਿਸ਼ ਵਿੱਚ। ਕਿਰਿਆ ਤੇ ਕਿਰਿਆ ਦੀਆਂ ਕਿਸਮਾਂ ਬਾਰੇ ਪੜ੍ਹਾਂਗੇ ਦੋਸਤੋ। ਕਾਫੀ ਇੰਪੋਰਟੈਂਟ ਟੌਪਿਕ ਹੈ। ਇਸ ਟੌਪਿਕ ਵਿੱਚੋਂ ਦੋਸਤੋ 1-2 ਕੁਐਸਚਨ ਹਰੇਕ ਪੇਪਰ ਵਿੱਚ ਜ਼ਰੂਰ ਦੇਖਣ ਨੂੰ ਮਿਲਦੇ ਨੇ। ਜੇ ਤੁਸੀਂ ਸਾਡੀਆਂ ਪਹਿਲੀਆਂ ਵਾਲੀਆਂ ਵੀਡੀਓ ਨਹੀਂ ਦੇਖੀਆਂ ਦੋਸਤੋ, ਉਹਨਾਂ ਵੀਡੀਓ ਵਿੱਚ ਤੁਸੀਂ ਨਾਮ, ਪੜ੍ਹਨਾਂਵ ਤੇ ਅਖਾਣ, ਲਿੰਗ ਕਈ ਟੌਪਿਕ ਕਰਵਾ ਚੁੱਕੇ ਹਾਂ ਦੋਸਤੋ। ਉਹ ਵੀਡੀਓ ਤੁਸੀਂ ਦੇਖ ਲਿਓ, ਉਹ ਵੀ ਕਾਫੀ ਇੰਪੋਰਟੈਂਟ ਵੀਡੀਓ ਨੇ। ਸਭ ਤੋਂ ਪਹਿਲਾਂ ਦੋਸਤੋ ਇਸ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਰਿਆ ਦੀ ਪਰਿਭਾਸ਼ਾ ਦੇਖਦੇ ਹਾਂ ਕਿ ਕਿਰਿਆ ਦੋਸਤੋ ਕਿਸ ਨੂੰ ਕਿਹਾ ਜਾਂਦਾ ਹੈ। ਕਿਰਿਆ ਦੋਸਤੋ ਜਿਹੜਾ ਸ਼ਬਦ ਕਿਸੇ ਵਸਤੂ ਦੇ ਕੰਮ ਨੂੰ ਕਾਲ ਸਹਿਤ ਹੋਣਾ ਜਾਂ ਕਰਨਾ ਪ੍ਰਗਟ ਕਰੇ, ਉਸ ਨੂੰ ਦੋਸਤੋ ਕਿਰਿਆ ਆਖਦੇ ਨੇ। ਕਿਰਿਆ ਦੋਸਤੋ ਜਿਹੜਾ ਸ਼ਬਦ ਕਿਸੇ ਵਸਤੂ ਦੇ ਕੰਮ ਨੂੰ ਕਾਲ ਸਹਿਤ ਹੋਣਾ, ਯਾਨੀ ਕਿ ਉਹ ਕਾਲ ਦਾ ਮਤਲਬ ਦੋਸਤੋ ਇੰਗਲਿਸ਼ ਵਿੱਚ ਹੁੰਦਾ ਟਾਈਮ ਦੇ ਨਾਲ ਦੋਸਤੋ ਸਹਿਤ, ਯਾਨੀ ਕਿ ਟਾਈਮ ਦੇ ਨਾਲ, ਤਾਂ ਕਾਲ ਦੇ ਸਹਿਤ ਹੋਣਾ ਜਾਂ ਕਰਨਾ ਪ੍ਰਗਟ ਹੋਵੇ ਤਾਂ ਉਸ ਨੂੰ ਦੋਸਤੋ ਕਿਰਿਆ ਆਖਿਆ ਜਾਂਦਾ ਹੈ। ਜਿਵੇਂ ਕਿ ਦੋਸਤੋ ਪੜ੍ਹ ਰਿਹਾ ਹੈ, ਗਾ ਰਿਹਾ ਹੈ, ਖੇਡ ਰਿਹਾ ਹੈ, ਇਹ ਸਾਡੀਆਂ ਕੀ ਹੋ ਜਾਣਗੀਆਂ? ਕਿਰਿਆ ਹੋ ਜਾਣਗੀਆਂ। ਜਿਹੜਾ ਸ਼ਬਦ ਕਿਸੇ ਵਸਤੂ ਦੇ ਕੰਮ ਨੂੰ ਕਾਲ ਸਹਿਤ ਹੋਣਾ ਜਾਂ ਕਰਨਾ ਪ੍ਰਗਟ ਕਰੇ, ਉਸ ਨੂੰ ਦੋਸਤੋ ਕਿਰਿਆ ਆਖਦੇ ਨੇ। ਇਹ ਸਾਡੀ ਸੀ ਦੋਸਤੋ ਕਿਰਿਆ ਦੀ ਪਰਿਭਾਸ਼ਾ। ਹੁਣ ਦੋਸਤੋ ਦੇਖਦੇ ਹਾਂ ਕਿਰਿਆ ਤੋਂ ਪਹਿਲਾਂ ਦੋਸਤੋ ਕੁਝ 2-4 ਗੱਲਾਂ ਜਿਹੜੀਆਂ ਇੰਪੋਰਟੈਂਟ ਨੇ ਉਹ ਤੁਹਾਨੂੰ ਮੈਂ ਦੱਸਦਾ। ਦਾਤੂ ਦੋਸਤੋ ਕਿਸ ਨੂੰ ਕਿਹਾ ਜਾਂਦਾ ਹੈ? ਕਿਰਿਆ ਦਾ ਜਿਹੜਾ ਮੂਲ ਰੂਪ ਹੁੰਦਾ ਹੈ, ਕਿਰਿਆ ਦੇ ਮੂਲ ਰੂਪ ਨੂੰ ਦੋਸਤੋ ਦਾਤੂ ਆਖਿਆ ਜਾਂਦਾ ਹੈ। ਕਿਰਿਆ ਦਾ ਮੂਲ ਰੂਪ ਦਾਤੂ ਅਖਵਾਉਂਦਾ ਹੈ। ਜਿਵੇਂ ਦੋਸਤੋ ਐਗਜ਼ਾਮਪਲ ਨੇ ਲਿਖ, ਪੜ੍ਹ, ਜਾ, ਖਾ, ਗਾ, ਰੋ। ਇਹ ਸਾਡੇ ਕੀ ਨੇ? ਐਗਜ਼ਾਮਪਲ ਨੇ। ਇਹ ਸਾਰੇ ਦਾਤੂ ਨੇ ਦੋਸਤੋ। ਲਿਖ, ਪੜ੍ਹ, ਜਾ, ਖਾ, ਗਾ, ਰੋ, ਇਹ ਸਾਡੇ ਦਾਤੂ ਨੇ। ਇਹਨਾਂ ਦਾਤੂਆਂ ਤੋਂ ਦੋਸਤੋ ਕੀ ਬਣਦੀਆਂ ਨੇ? ਕਿਰਿਆਵਾਂ ਬਣਦੀਆਂ ਨੇ। ਜਿਵੇਂ ਲਿਖ ਤੋਂ ਬਣਿਆ ਲਿਖਦਾ, ਪੜ੍ਹ ਤੋਂ ਬਣਿਆ ਪੜ੍ਹਦਾ, ਜਾ ਤੋਂ ਬਣਿਆ ਜਾਣਾ। ਇਸ ਤਰੀਕੇ ਨਾਲ ਦੋਸਤੋ ਇਹ ਸਾਡੀਆਂ ਕੀ ਬਣਦੀਆਂ ਨੇ? ਕਿਰਿਆਵਾਂ ਬਣਦੀਆਂ ਨੇ। ਇਹ ਸਾਡੇ ਦਾਤੂ ਹੁੰਦੇ ਨੇ। ਲਿਖ, ਪੜ੍ਹ, ਜਾ, ਖਾ, ਇਹ ਮੂਲ ਰੂਪ ਵਿੱਚ ਹੁੰਦੇ ਨੇ। ਕਿਰਿਆ ਦਾ ਜਿਹੜਾ ਮੂਲ ਰੂਪ ਹੁੰਦਾ ਉਸ ਨੂੰ ਦੋਸਤੋ ਦਾਤੂ ਆਖਿਆ ਜਾਂਦਾ ਹੈ, ਤੇ ਦਾਤੂ ਤੋਂ ਦੋਸਤੋ ਕਿਰਿਆਵਾਂ ਬਣਦੀਆਂ ਨੇ ਜਿੰਨੀਆਂ ਵੀ ਹੁੰਦੀਆਂ ਨੇ। ਹੁਣ ਦੋਸਤੋ ਨੈਕਸਟ ਦੇਖਦੇ ਹਾਂ। ਨੈਕਸਟ ਹੈ ਦੋਸਤੋ ਸਾਡੇ ਕੋਲੇ ਪੰਜਾਬੀ ਵਾਕ ਬਣਤਰ ਵਿੱਚ ਦੋਸਤੋ 3 ਮੁੱਢਲੇ ਤੱਤ ਕਾਰਜਸ਼ੀਲ ਹੁੰਦੇ ਨੇ। ਉਹ ਕਿਹੜੇ ਤੱਤ ਨੇ ਦੋਸਤੋ? ਕਰਤਾ, ਕਰਮ ਤੇ ਕਿਰਿਆ। ਇਹ 3 ਇੰਪੋਰਟੈਂਟ ਪਾਰਟ ਨੇ ਦੋਸਤੋ। ਕੋਈ ਵੀ ਅਸੀਂ ਸੈਂਟੈਂਸ ਲਿਖਦੇ ਹਾਂ, ਕੋਈ ਵੀ ਵਾਕ ਲਿਖਦੇ ਹਾਂ, ਉਹਦੇ ਵਿੱਚ 3 ਇੰਪੋਰਟੈਂਟ ਪਾਰਟ ਹੁੰਦੇ ਨੇ। ਇੱਕ ਹੁੰਦਾ ਕਰਤਾ, ਜਿਸ ਨੂੰ ਸਬਜੈਕਟ ਬੋਲਿਆ ਜਾਂਦਾ ਹੈ। ਇੱਕ ਹੁੰਦਾ ਕਰਮ, ਜਿਸ ਨੂੰ ਆਬਜੈਕਟ ਬੋਲਿਆ ਜਾਂਦਾ ਹੈ। ਤੇ ਕਿਰਿਆ, ਇਹ ਜਿਹੜਾ ਅਸੀਂ ਟੌਪਿਕ ਪੜ੍ਹ ਰਹੇ ਹਾਂ ਦੋਸਤੋ, ਕਿਰਿਆ ਦਾ ਮਤਲਬ ਹੁੰਦਾ ਵਰਬ ਇੰਗਲਿਸ਼ ਵਿੱਚ। ਇਹ 3 ਇੰਪੋਰਟੈਂਟ ਪਾਰਟ ਹੁੰਦੇ ਨੇ ਕਿਸੇ ਵੀ ਸੈਂਟੈਂਸ ਦੇ ਦੋਸਤੋ। ਹੁਣ ਪਹਿਲਾਂ ਇਹ ਥੋੜੀ ਜਿਹੜੀ ਬੇਸਿਕ ਜਾਣਕਾਰੀ ਹੈ ਦੋਸਤੋ, ਇਸ ਬਾਰੇ ਦੱਸ ਦੇਣਾ। ਕਰਤਾ ਕਿਸ ਨੂੰ ਕਿਹਾ ਜਾਂਦਾ ਹੈ? ਬਹੁਤ ਸਾਰੇ ਸਟੂਡੈਂਟ ਨੂੰ ਪਤਾ ਹੀ ਹੁੰਦਾ ਦੋਸਤੋ। ਕਰਤਾ ਕੀ ਹੈ? ਜਿਹੜਾ ਕੰਮ ਕਰਦਾ ਹੁੰਦਾ। ਕੰਮ ਕਰਨ ਵਾਲੇ ਨੂੰ ਦੋਸਤੋ ਕਰਤਾ ਕਿਹਾ ਜਾਂਦਾ ਹੈ। ਭਾਵ ਵਾਕ ਵਿੱਚ ਕਿਰਿਆ ਦਾ ਕਾਰਜ ਕਰਨ ਵਾਲੇ ਨੂੰ ਦੋਸਤੋ ਕੀ ਕਿਹਾ ਜਾਂਦਾ ਹੈ? ਕਰਤਾ ਕਿਹਾ ਜਾਂਦਾ ਹੈ। ਜਿਵੇਂ ਕਿ ਦੋਸਤੋ ਐਗਜ਼ਾਮਪਲ ਹੈ ਸੋਹਨ ਖੇਡ ਰਿਹਾ ਹੈ, ਤਾਂ ਇਹਦੇ ਵਿੱਚ ਜਿਹੜਾ ਦੋਸਤੋ ਸੋਹਨ ਹੈ ਉਹ ਕੀ ਹੋ ਜਾਏਗਾ? ਸਾਡਾ ਕਰਤਾ ਹੋ ਜਾਏਗਾ। ਇਸੇ ਤਰੀਕੇ ਨਾਲ ਹੁਣ ਦੋਸਤੋ ਅਸੀਂ ਕਰਮ ਦੇਖਦੇ ਹਾਂ। ਕਰਮ ਨੂੰ ਇੰਗਲਿਸ਼ ਵਿੱਚ ਕੀ ਕਿਹਾ ਜਾਂਦਾ ਹੈ? ਆਬਜੈਕਟ ਕਿਹਾ ਜਾਂਦਾ ਹੈ। ਵਾਕ ਵਿੱਚ ਕਰਤਾ ਦੁਆਰਾ ਜਿਸ ਉੱਤੇ ਕੰਮ ਕੀਤਾ ਜਾਵੇ ਉਸ ਨੂੰ ਕਰਮ ਕਿਹਾ ਜਾਂਦਾ ਹੈ। ਵਾਕ ਵਿੱਚ ਕਰਤਾ ਦੁਆਰਾ ਜਿਹੜਾ ਕੰਮ ਕੀਤਾ ਜਾਂਦਾ ਦੋਸਤੋ ਉਹ ਸਾਡਾ ਕਰਮ ਹੋ ਜਾਂਦਾ ਹੈ। ਜਿਸ ਉੱਤੇ ਕੰਮ ਕੀਤਾ ਜਾਵੇ ਉਸ ਨੂੰ ਕਰਮ ਕਿਹਾ ਜਾਂਦਾ ਹੈ। ਜਿਵੇਂ ਦੋਸਤੋ ਐਗਜ਼ਾਮਪਲ ਹੈ ਲੜਕੇ ਨੇ ਗੀਤ ਗਾਇਆ, ਅਤੇ ਸੈਕੰਡ ਐਗਜ਼ਾਮਪਲ ਹੈ ਦੋਸਤੋ ਮੋਹਨ ਨੇ ਰੋਟੀ ਖਾਧੀ। ਤਾਂ ਇਹਨਾਂ ਵਿੱਚ ਦੋਸਤੋ ਜਿਹੜੇ ਗੀਤ ਸ਼ਬਦ ਆਇਆ ਤੇ ਰੋਟੀ ਸ਼ਬਦ ਆਇਆ ਦੋਸਤੋ, ਇਹ ਸਾਡੇ ਕੀ ਨੇ? ਇਹ ਸਾਡੇ ਕਰਮ ਹੋ ਜਾਣਗੇ ਦੋਸਤੋ। ਗੀਤ ਤੇ ਰੋਟੀ ਸਾਡੇ ਕਰਮ ਹੋ ਜਾਣਗੇ, ਇਹ ਆਬਜੈਕਟ ਹੋ ਜਾਣਗੇ। ਹੁਣ ਤੱਕ ਜਿੰਨਾ ਪੜਿਆ ਇੱਕ ਵਾਰ ਥੋੜਾ ਰਿਵਾਈਜ਼ ਕਰ ਲਈਏ ਦੋਸਤੋ, ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ। ਸਭ ਤੋਂ ਪਹਿਲਾਂ ਅਸੀਂ ਦੋਸਤੋ ਇਹ ਟੌਪਿਕ ਦੇਖਿਆ ਕਿਰਿਆ ਵਰਬ, ਜਿਸ ਨੂੰ ਇੰਗਲਿਸ਼ ਵਿੱਚ ਵਰਬ ਕਿਹਾ ਜਾਂਦਾ ਹੈ। ਕਿਰਿਆ ਦੀ ਸਭ ਤੋਂ ਪਹਿਲਾਂ ਅਸੀਂ ਪਰਿਭਾਸ਼ਾ ਵੇਖੀ। ਜਿਹੜਾ ਸ਼ਬਦ ਕਿਸੇ ਵਸਤੂ ਦੇ ਕੰਮ ਨੂੰ ਕਾਲ ਸਹਿਤ ਹੋਣਾ ਜਾਂ ਕਰਨਾ ਪ੍ਰਗਟ ਕਰੇ ਉਸ ਨੂੰ ਕਿਰਿਆ ਆਖਦੇ ਹਾਂ ਦੋਸਤੋ। ਕਾਲ ਸਹਿਤ ਹੋਣਾ ਜਾਂ ਕਰਨਾ ਪ੍ਰਗਟ ਕਰੇ ਕਿਸੇ ਵਸਤੂ ਦੇ ਕੰਮ ਨੂੰ, ਉਸ ਨੂੰ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਪੜ੍ਹ ਰਿਹਾ ਹੈ, ਗਾ ਰਿਹਾ ਹੈ, ਖੇਡ ਰਿਹਾ ਹੈ, ਇਹ ਸਾਡੀਆਂ ਕੀ ਹੋ ਜਾਣਗੀਆਂ? ਕਿਰਿਆਵਾਂ ਹੋ ਜਾਣਗੀਆਂ ਦੋਸਤੋ। ਕਿਰਿਆਵਾਂ ਦਾ ਦੋਸਤੋ ਜਿਹੜਾ ਬੇਸਿਕ ਰੂਪ ਹੁੰਦਾ ਹੈ, ਮੂਲ ਰੂਪ ਹੁੰਦਾ ਹੈ, ਉਸ ਨੂੰ ਕੀ ਕਹਿੰਦੇ ਆ ਦੋਸਤੋ? ਉਹ ਦਾਤੂ ਆਖਿਆ ਜਾਂਦਾ ਮੂਲ ਰੂਪ ਨੂੰ। ਕਿਰਿਆ ਦਾ ਜਿਹੜਾ ਮੂਲ ਰੂਪ ਹੁੰਦਾ ਉਹ ਦਾਤੂ ਅਖਵਾਉਂਦਾ ਹੈ। ਜਿਵੇਂ ਲਿਖ, ਪੜ੍ਹ, ਜਾ, ਖਾ, ਗਾ, ਰੋ ਆਦਿ, ਇਹ ਸਾਡੇ ਦਾਤੂ ਨੇ। ਇਹਨਾਂ ਦਾਤੂਆਂ ਤੋਂ ਦੋਸਤੋ ਕਿਰਿਆਵਾਂ ਬਣਦੀਆਂ ਨੇ। ਲਿਖਦਾ, ਪੜ੍ਹਦਾ, ਇਹ ਸਾਡੀਆਂ ਕਿਰਿਆਵਾਂ ਇਹਨਾਂ ਦਾਤੂਆਂ ਤੋਂ ਬਣਦੀਆਂ ਨੇ। ਹੁਣ ਦੋਸਤੋ ਨੈਕਸਟ ਹੈ 3 ਮੁੱਢਲੇ ਤੱਤਵ ਕਾਰਜਸ਼ੀਲ ਹੁੰਦੇ ਨੇ। ਉਹ ਕਿਹੜੇ ਤੱਤਵ ਨੇ? ਕਰਤਾ, ਕਰਮ ਤੇ ਕਿਰਿਆ ਦੋਸਤੋ। ਕਿਰਿਆ ਤਾਂ ਮੈਂ ਤੁਹਾਨੂੰ ਡੈਫੀਨੇਸ਼ਨ
ਆਲਰੇਡੀ ਦੱਸ ਚੁੱਕੇ ਹਾਂ ਦੋਸਤੋ ਕਿ ਕਿਰਿਆ ਕਿਹਨੂੰ ਕਿਹਾ ਜਾਂਦਾ ਹੈ। ਹੁਣ ਦੋਸਤੋ ਅਸੀਂ ਕਰਤਾ ਤੇ ਕਰਮ ਦੇ ਬਾਰੇ, ਕਰਤਾ ਉਹ ਹੁੰਦਾ ਦੋਸਤੋ ਜਿਹਨੂੰ ਸਬਜੈਕਟ ਕਹਿੰਦੇ ਆ, ਇੰਗਲਿਸ਼ ਵਿੱਚ ਅਸੀਂ ਕੰਮ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ। ਤੇ ਕਰਤਾ ਜਿਵੇਂ ਕਿ ਸੋਹਨ ਖੇਡ ਰਿਹਾ ਹੈ, ਇਸ ਜਿਹੜਾ ਵਾਕ ਹੈ ਇਹਦੇ ਵਿੱਚ ਸੋਹਨ ਸਾਡਾ ਕੀ ਹੋ ਜਾਏਗਾ, ਕਰਤਾ ਹੋ ਜਾਏਗਾ। ਨੈਕਸਟ ਦੋਸਤੋ ਕਰਮ, ਕਰਮ ਨੂੰ ਇੰਗਲਿਸ਼ ਵਿੱਚ ਆਬਜੈਕਟ ਕਿਹਾ ਜਾਂਦਾ ਹੈ। ਵਾਕ ਵਿੱਚ ਕਰਤਾ, ਕਰਤਾ ਦੁਆਰਾ ਜਿਸ ਕੰਮ ਉੱਤੇ, ਜਿਸ ਉੱਤੇ ਕੰਮ ਕੀਤਾ ਜਾਵੇ ਦੋਸਤੋ, ਕਰਤਾ ਦੁਆਰਾ ਜਿਸ ਉੱਤੇ ਕੰਮ ਕੀਤਾ ਜਾਵੇ ਉਸਨੂੰ ਅਸੀਂ ਕਰਮ ਕਿਹਾ ਜਾਂਦਾ ਹੈ। ਜਿਵੇਂ ਲੜਕੇ ਨੇ ਗੀਤ ਗਾਇਆ ਤਾਂ ਮੋਹਨ ਨੇ ਰੋਟੀ ਖਾਧੀ, ਤੇ ਗੀਤ ਅਤੇ ਰੋਟੀ ਸਾਡੇ ਕੀ ਹੋ ਜਾਣਗੇ, ਕਰਮ ਹੋ ਜਾਣਗੇ। ਹੁਣ ਦੋਸਤੋ ਅਸੀਂ ਨੈਕਸਟ ਦੇਖਦੇ ਹਾਂ। ਨੈਕਸਟ ਹੈ ਦੋਸਤੋ ਸਾਡੇ ਕੋਲ ਕਿਰਿਆ ਦੀਆਂ ਕਿਸਮਾਂ। ਤਾਂ ਕਿਰਿਆ ਦੀਆਂ ਦੋਸਤੋ ਮੂਲ ਰੂਪ ਦੇ ਵਿੱਚ ਦੋ ਕਿਸਮਾਂ ਹੁੰਦੀਆਂ ਨੇ, ਜਿਹੜੀਆਂ ਕਿ ਮੁੱਖ ਰੂਪ ਦੇ ਵਿੱਚ ਜਿਹੜੀਆਂ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਉਹ ਦੋ ਕਿਸਮਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਦੋਸਤੋ, ਇੱਕ ਤਾਂ ਹੁੰਦੀ ਹੈ ਆਕਰਮਕ ਕਿਰਿਆ, ਇੱਕ ਹੁੰਦੀ ਹੈ ਸਕਰਮਕ ਕਿਰਿਆ। ਆਕਰਮਕ ਕਿਰਿਆ ਨੂੰ ਦੋਸਤੋ ਇਨਟ੍ਰਾਂਜਿਟਿਵ ਵਰਬ ਕਿਹਾ ਜਾਂਦਾ ਹੈ ਇੰਗਲਿਸ਼ ਵਿੱਚ, ਤੇ ਸਕਰਮਕ ਕਿਰਿਆ ਨੂੰ ਟ੍ਰਾਂਜਿਟਿਵ ਵਰਬ ਕਿਹਾ ਜਾਂਦਾ ਹੈ। ਇਹ ਮੁੱਖ ਰੂਪ ਦੇ ਵਿੱਚ ਦੋ ਹੁੰਦੀਆਂ ਨੇ। ਵੈਸੇ ਦੋਸਤੋ ਹੋਰ ਵੀ ਇਹਦੀਆਂ ਕਿਸਮਾਂ ਹੁੰਦੀਆਂ ਨੇ, ਉਹਨਾਂ ਬਾਰੇ ਵੀ ਅਸੀਂ ਗੱਲ ਕਰਾਂਗੇ ਜਿੰਨੀਆਂ ਵੀ ਕਿਸਮਾਂ ਹੁੰਦੀਆਂ ਨੇ। ਤੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਦੋਸਤੋ ਆਕਰਮਕ ਕਿਰਿਆ ਦੇ ਬਾਰੇ ਪੜਾਂਗੇ ਡਿਟੇਲ ਦੇ ਵਿੱਚ, ਉਸ ਤੋਂ ਬਾਅਦ ਸਕਰਮਕ ਕਿਰਿਆ ਪੜਾਂਗੇ, ਉਸ ਤੋਂ ਬਾਅਦ ਜਿਹੜੀਆਂ ਹੋਰ ਬਚਣਗੀਆਂ ਦੋਸਤੋ ਅਲੱਗ ਕਿਸਮਾਂ ਹੁੰਦੀਆਂ ਨੇ ਉਹਨਾਂ ਬਾਰੇ ਵੀ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਪੜ੍ਹਦੇ ਹਾਂ ਦੋਸਤੋ ਆਕਰਮਕ ਕਿਰਿਆ ਕਿਸ ਨੂੰ ਕਿਹਾ ਜਾਂਦਾ ਹੈ। ਆਕਰਮਕ ਕਿਰਿਆ ਦੋਸਤੋ ਉਹ ਹੁੰਦੀ ਹੈ, ਆਕਰਮਕ ਤੋਂ ਭਾਵ ਹੁੰਦਾ ਦੋਸਤੋ ਕਰਮ ਰਹਿਤ। ਕਰਮ ਰਹਿਤ ਯਾਨੀ ਕਿ ਕਰਮ ਤੋਂ ਬਿਨਾ ਦੋਸਤੋ, ਆਬਜੈਕਟ ਤੋਂ ਬਿਨਾ ਜਿਹੜੀ ਕਰਮ ਰਹਿਤ ਹੁੰਦੀ ਹੈ ਉਸ ਨੂੰ ਦੋਸਤੋ ਆਕਰਮਕ ਕਿਰਿਆ ਕਿਹਾ ਜਾਂਦਾ ਹੈ। ਇਹਦੀ ਸ਼ਾਰਟ ਡੈਫੀਨੇਸ਼ਨ ਹੈ ਦੋਸਤੋ, ਇਸ ਤਰ੍ਹਾਂ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਹੀਂ ਹੁੰਦਾ, ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਹੀਂ ਹੁੰਦਾ ਬਲਕਿ ਕੇਵਲ ਕਰਤਾ ਹੀ ਹੁੰਦਾ ਹੈ, ਉਸ ਨੂੰ ਅਸੀਂ ਆਕਰਮਕ ਕਿਰਿਆ ਆਖਦੇ ਹਾਂ ਦੋਸਤੋ। ਆਕਰਮਕ ਕਿਰਿਆ ਉਹ ਹੁੰਦੀ ਹੈ ਜਿਹਦੇ ਵਿੱਚ ਕਰਮ ਰਹਿਤ ਹੁੰਦੀ ਹੈ, ਕਰਮ ਤੋਂ ਬਿਨਾ ਹੁੰਦੀ ਹੈ ਦੋਸਤੋ, ਯਾਨੀ ਕਿ ਉਹਦੇ ਵਿੱਚ ਕਰਮ ਨਹੀਂ ਹੁੰਦਾ, ਉਹਦੇ ਵਿੱਚ ਆਬਜੈਕਟ ਸਾਡਾ ਨਹੀਂ ਹੁੰਦਾ, ਉਸ ਨੂੰ ਅਸੀਂ ਆਕਰਮਕ ਕਿਰਿਆ ਕਿਹਾ ਜਾਂਦਾ ਹੈ। ਐਗਜ਼ਾਮਪਲ ਹੈ ਸਾਡੇ ਕੋਲ, ਜਿਵੇਂ ਦੋਸਤੋ ਰਮਨ ਸੁੱਤਾ ਹੈ, ਰਮਨ ਸੁੱਤਾ ਹੈ, ਸੀਤਾ ਪੜ੍ਹਦੀ ਹੈ। ਇਹਨਾਂ ਵਿੱਚ ਦੋਸਤੋ ਕੀ ਨੇ, ਆਬਜੈਕਟ ਨਹੀਂ ਹੈ, ਇਸ ਲਈ ਇਹਨਾਂ ਨੂੰ ਅਸੀਂ ਆਕਰਮਕ ਕਿਰਿਆ ਆਖਾਂਗੇ। ਵਾਕਾਂ ਵਿੱਚ ਰਮਨ ਅਤੇ ਸੀਤਾ, ਰਮਨ ਤੇ ਸੀਤਾ ਸਾਡੇ ਕਰਤਾ ਹੋ ਜਾਣਗੇ ਦੋਸਤੋ, ਜਿਹੜੇ ਕਿ ਕੰਮ ਨੂੰ ਕਰ ਰਹੇ ਨੇ, ਪਰ ਵਾਕ ਵਿੱਚ ਕੋਈ ਕਰਮ ਨਾ ਹੋਣ ਕਾਰਨ, ਇਹਨਾਂ ਦੀਆਂ ਕਿਰਿਆਵਾਂ ਸੁੱਤਾ ਹੈ, ਪੜ੍ਹਦੀ ਹੈ, ਆਕਰਮਕ ਕਿਰਿਆਵਾਂ ਹੋ ਜਾਣਗੀਆਂ ਦੋਸਤੋ। ਪੜ੍ਹਦੀ ਹੈ, ਸੁੱਤਾ ਹੈ, ਇਹ ਸਾਡੀਆਂ ਕਿਹੜੀਆਂ ਕਿਰਿਆਵਾਂ ਹੋ ਜਾਣਗੀਆਂ, ਇਹ ਸਾਡੀਆਂ ਆਕਰਮਕ ਕਿਰਿਆਵਾਂ ਹੋ ਜਾਣਗੀਆਂ, ਕਿਉਂਕਿ ਜਿਹੜਾ ਰਮਨ ਸੁੱਤਾ ਹੈ, ਸੀਤਾ ਪੜ੍ਹਦੀ ਹੈ, ਇਹਦੇ ਵਿੱਚ ਕੋਈ ਵੀ ਕਰਮ ਨਹੀਂ ਹੈ ਦੋਸਤੋ। ਕਰਮ ਨਾ ਹੋਣ ਕਾਰਨ, ਜਿਹੜੀਆਂ ਕਿਰਿਆਵਾਂ ਦੇ ਵਿੱਚ ਕਰਮ ਨਹੀਂ ਹੁੰਦਾ ਉਹਨਾਂ ਨੂੰ ਅਸੀਂ ਆਕਰਮਕ ਕਿਰਿਆ ਕਹਿੰਦੇ ਹਾਂ ਦੋਸਤੋ। ਨੈਕਸਟ ਦੇਖਦੇ ਹਾਂ ਦੋਸਤੋ, ਆਕਰਮਕ ਕਿਰਿਆ ਦੇ ਅੱਗੇ ਦੋ ਰੂਪ ਹਨ। ਆਕਰਮਕ ਕਿਰਿਆ ਦੇ ਅੱਗੇ ਦੋ ਰੂਪ ਹਨ, ਯਾਨੀ ਕਿ ਜਿਹੜੀ ਸਾਡੀ ਆਕਰਮਕ ਕਿਰਿਆ ਦੋਸਤੋ, ਪਹਿਲਾਂ ਅਸੀਂ ਕਿਰਿਆ ਦੇ ਦੋ ਰੂਪ ਵੇਖੇ, ਆਕਰਮਕ ਤੇ ਸਕਰਮਕ ਕਿਰਿਆ। ਆਕਰਮਕ ਕਿਰਿਆ ਨੂੰ ਅੱਗੇ ਦੋਸਤੋ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਤੇ ਜਿਹੜੀ ਸਕਰਮਕ ਕਿਰਿਆ ਹੁੰਦੀ ਹੈ ਉਸ ਨੂੰ ਵੀ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ। ਪਹਿਲਾਂ ਦੋਸਤੋ ਅਸੀਂ ਆਕਰਮਕ ਕਿਰਿਆ ਦੇ ਦੋ ਭਾਗ ਪੜਾਂਗੇ, ਉਸ ਤੋਂ ਬਾਅਦ ਸਕਰਮਕ ਕਿਰਿਆ ਪੜਾਂਗੇ, ਉਹਦੇ ਅੱਗੇ ਦੋ ਭਾਗ ਪੜਾਂਗੇ। ਹੁਣ ਅਸੀਂ ਸਭ ਤੋਂ ਪਹਿਲਾਂ ਅਸੀਂ ਦੇਖਿਆ ਦੋਸਤੋ ਆਕਰਮਕ ਕਿਰਿਆ ਜਿਹੜੀ ਕਰਮ ਰਹਿਤ ਹੁੰਦੀ ਹੈ, ਯਾਨੀ ਕਿ ਜਿਹੜੀ ਕਰਮ ਤੋਂ ਬਿਨਾ ਹੁੰਦੀ ਹੈ, ਜਿਹਦੇ ਵਿੱਚ ਆਬਜੈਕਟ ਨਹੀਂ ਹੁੰਦਾ, ਕਰਮ ਨਹੀਂ ਹੁੰਦਾ, ਜਿਵੇਂ ਕਿ ਰਮਨ ਸੁੱਤਾ ਹੈ, ਸੀਤਾ ਪੜ੍ਹਦੀ ਹੈ, ਇਹਨਾਂ ਵਿੱਚ ਕੋਈ ਵੀ ਕਰਮ ਨਹੀਂ ਹੈ। ਆਕਰਮਕ ਕਿਰਿਆ ਦੇ ਦੋਸਤੋ ਅੱਗੇ ਦੋ ਰੂਪ ਹੁੰਦੇ ਨੇ, ਉਹ ਦੋ ਰੂਪ ਕਿਹੜੇ ਕਿਹੜੇ ਨੇ, ਪਹਿਲਾ ਰੂਪ ਹੈ ਦੋਸਤੋ ਪੂਰਨ ਆਕਰਮਕ ਕਿਰਿਆ, ਤੇ ਇੱਕ ਰੂਪ ਹੁੰਦਾ ਅਪੂਰਨ ਆਕਰਮਕ ਕਿਰਿਆ। ਇਹ ਸਾਡੇ ਦੋ ਰੂਪ ਨੇ ਆਕਰਮਕ ਕਿਰਿਆ ਦੇ। ਸਭ ਤੋਂ ਪਹਿਲਾ ਰੂਪ ਹੈ ਦੋਸਤੋ ਪੂਰਨ ਆਕਰਮਕ ਕਿਰਿਆ। ਪੂਰਨ ਆਕਰਮਕ ਕਿਰਿਆ ਕਿਸ ਨੂੰ ਕਿਹਾ ਜਾਂਦਾ ਹੈ ਦੋਸਤੋ, ਇਹਦੀ ਪਰਿਭਾਸ਼ਾ ਕੀ ਹੁੰਦੀ ਹੈ ਉਹ ਦੇਖਦੇ ਹਾਂ। ਜਿਹੜੀ ਆਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ, ਜਿਹੜੀ ਆਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਬਣਾਉਂਦੀ ਹੋਵੇ, ਸਾਰਥਕ ਵਾਕ ਬਣਾਉਂਦੀ ਹੋਵੇ, ਉਸ ਨੂੰ ਪੂਰਨ ਆਕਰਮਕ ਕਿਰਿਆ ਆਖਦੇ ਹਾਂ। ਪੂਰਨ ਆਕਰਮਕ ਕਿਰਿਆ ਉਹ ਹੁੰਦੀ ਹੈ ਦੋਸਤੋ ਜਿਹੜੀ ਸਾਰਥਕ ਵਾਕ ਬਣਾਉਂਦੀ ਹੋਵੇ, ਉਸ ਨੂੰ ਅਸੀਂ ਪੂਰਨ ਆਕਰਮਕ ਕਿਰਿਆ ਆਖਾਂਗੇ। ਬਲਜੀਤ ਸੌਂ ਗਿਆ, ਅਸ਼ੋਕ ਰੋਇਆ, ਇਹ ਸਾਡੇ ਦੋ ਸੈਂਟੈਂਸ ਨੇ, ਇਹ ਸਾਡੇ ਪੂਰਨ ਨੇ, ਇਹ ਸਾਰਥਕ ਵਾਕ ਦੇ ਰਹੇ ਨੇ ਦੋਸਤੋ, ਸਾਰਥਕ ਵਾਕ ਬਣਾਉਂਦੀ ਹੋਵੇ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਪੂਰਨ ਆਕਰਮਕ ਕਿਰਿਆ। ਜਿਵੇਂ ਬਲਜੀਤ ਸੌਂ ਗਿਆ, ਅਸ਼ੋਕ ਰੋਇਆ, ਇਹਨਾਂ ਵਾਕਿਆਂ ਵਿੱਚ ਦੋਸਤੋ ਬਲਜੀਤ ਤੇ ਅਸ਼ੋਕ ਸਾਡੇ ਕੀ ਨੇ, ਕਰਤਾ ਨੇ, ਸੌਂ ਗਿਆ ਅਤੇ ਰੋਇਆ ਇਹ ਕੀ ਨੇ ਦੋਸਤੋ, ਆਕਰਮਕ ਕਿਰਿਆਵਾਂ ਹਨ, ਪਰੰਤੂ ਸਾਰਥਕ ਵਾਕ ਹੋਣ ਸਦਕਾ ਇਹ ਪੂਰਨ ਆਕਰਮਕ ਕਿਰਿਆਵਾਂ ਹਨ। ਹੁਣ ਦੋਸਤੋ ਇਹ
ਪੂਰਨ ਆਕਰਮਕ ਕਿਰਿਆਵਾਂ ਹਨ, ਕਿਉਂਕਿ ਇਹ ਦੋਸਤੋ ਸਾਨੂੰ ਸਾਰਥਕ ਵਾਕ ਦੇ ਰਹੀਆਂ ਨੇ, ਯਾਨੀ ਕਿ ਪੂਰੇ ਦਾ ਪੂਰੇ ਅਰਥ ਨਿਕਲ ਰਿਹਾ ਇਹਦੇ ਵਿੱਚ। ਤੁਸੀਂ ਇੱਕ ਵਾਕ ਨੂੰ ਪੜ੍ਹੋਗੇ ਤਾਂ ਤੁਹਾਨੂੰ ਪੂਰਾ ਮਤਲਬ ਕੰਪਲੀਟ ਸਾਰਥਕ ਅਰਥ ਪੂਰਾ ਇੱਕ ਤਰੀਕੇ ਨਾਲ ਅਰਥ ਪਤਾ ਚੱਲ ਰਿਹਾ ਉਸ ਦਾ। ਜਿਵੇਂ ਤੁਸੀਂ ਹੁਣ ਅਪੂਰਨ ਪੜ੍ਹੋਗੇ ਤੁਹਾਨੂੰ ਇਹ ਚੰਗੀ ਤਰ੍ਹਾਂ ਕਨਫਰਮ ਹੋ ਜਾਏਗਾ। ਜਿਵੇਂ ਕਿ ਸਾਡਾ ਦੂਸਰਾ ਪਾਰਟ ਹੈ ਅਪੂਰਨ ਆਕਰਮਕ ਕਿਰਿਆ। ਅਪੂਰਨ ਆਕਰਮਕ ਕਿਰਿਆ ਉਹ ਹੁੰਦੀ ਹੈ ਦੋਸਤੋ ਜਿਹੜੀ ਆਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾ ਸਕੇ। ਜਿਹੜੀ ਪੂਰਨ ਆਕਰਮਕ ਹੈ ਉਹ ਤਾਂ ਸਾਰਥਕ ਵਾਕ ਬਣਾਉਂਦੀ ਹੋਵੇ, ਤੇ ਜਿਹੜੀ ਅਪੂਰਨ ਆਕਰਮਕ ਕਿਰਿਆ ਹੁੰਦੀ ਹੈ ਦੋਸਤੋ ਉਹਦੇ ਵਿੱਚ ਸਾਰਥਕ ਵਾਕ ਨਾ ਬਣਾ ਸਕੇ, ਉਸ ਨੂੰ ਅਪੂਰਨ ਆਕਰਮਕ ਕਿਰਿਆ ਆਖਦੇ ਹਨ। ਜਿਵੇਂ ਬਲਕਾਰ ਗਿਆ ਹੈ। ਹੁਣ ਦੋਸਤੋ ਇਹ ਕਨਫਰਮ ਇੱਕ ਸੈਂਟੈਂਸ ਇੱਕ ਤਰੀਕੇ ਨਾਲ ਦੇਖੋਗੇ ਤਾਂ ਉਸ ਤੋਂ ਪੂਰਾ ਨਹੀਂ ਹੋਇਆ, ਕਿਉਂਕਿ ਇਹਦੇ ਵਿੱਚ ਸਾਰਥਕ ਵਾਕ ਨਹੀਂ ਨਿਕਲ ਰਿਹਾ ਦੋਸਤੋ, ਇਹ ਤਾਂ ਸਾਰਥਕ ਕੋਈ ਅਰਥ ਨਹੀਂ ਨਿਕਲ ਰਿਹਾ। ਇਹ ਬਲਕਾਰ ਗਿਆ ਹੈ ਸਾਰਥਕ ਵਾਕ ਨਾ ਬਣਾ ਸਕੇ, ਇਹ ਪੂਰਾ ਸਾਡਾ ਵਾਕ ਹੈ ਜਿਹੜਾ ਇਹ ਸਾਰਥਕ ਨਹੀਂ ਹੈ ਦੋਸਤੋ, ਕਿਉਂਕਿ ਸਾਨੂੰ ਨਹੀਂ ਪਤਾ ਕਿ ਬਲਕਾਰ ਹੈ ਉਹ ਕਿੱਥੇ ਗਿਆ ਹੈ। ਵਾਕ ਵਿੱਚ ਬਲਕਾਰ ਅਤੇ ਕਿਰਿਆ ਗਿਆ ਹੈ, ਪਰ ਵਾਕ ਵਿੱਚੋਂ ਪਤਾ ਨਹੀਂ ਲੱਗਦਾ ਕਿ ਬਲਕਾਰ ਕਿੱਥੇ ਗਿਆ ਹੈ, ਅਰਥਾਤ ਵਾਕ ਸਾਰਥਕ ਨਾ ਹੋਣ ਕਾਰਨ ਅਪੂਰਨ ਆਕਰਮਕ ਕਿਰਿਆ ਹੈ। ਕਿਉਂਕਿ ਇਹ ਵਾਕ ਸਾਡਾ ਦੋਸਤੋ ਸਾਰਥਕ ਨਹੀਂ ਹੈ, ਸਾਨੂੰ ਇਹਦੇ ਵਿੱਚ ਪੂਰੀ ਕੰਪਲੀਟ ਜਾਣਕਾਰੀ ਨਹੀਂ ਮਿਲ ਰਹੀ ਪੂਰੀ ਤਰੀਕੇ ਨਾਲ ਕਿ ਬਲਕਾਰ ਕਿੱਥੇ ਗਿਆ ਹੈ, ਤਾਂ ਇਸ ਕਰਕੇ ਇਹ ਸਾਡਾ ਅਪੂਰਨ ਆਕਰਮਕ ਕਿਰਿਆ ਹੋ ਜਾਏਗੀ ਦੋਸਤੋ। ਜਿਹੜੀ ਸਾਰਥਕ ਵਾਕ ਨਾ ਬਣਾਏ ਉਹ ਸਾਡੀ ਅਪੂਰਨ ਆਕਰਮਕ ਕਿਰਿਆ ਹੁੰਦੀ ਹੈ, ਤੇ ਜਿਹਦੇ ਵਿੱਚ ਸਾਰਥਕ ਅਰਥ ਨਿਕਲੇ ਉਹ ਸਾਡੀ ਪੂਰਨ ਆਕਰਮਕ ਕਿਰਿਆ ਹੁੰਦੀ ਹੈ। ਜਿਵੇਂ ਕਿ ਬਲਜੀਤ ਸੌਂ ਗਿਆ, ਅਸ਼ੋਕ ਰੋਇਆ, ਇਹ ਸੈਂਟੈਂਸ ਇੱਕ ਤਰੀਕੇ ਨਾਲ ਕੰਪਲੀਟ ਜਾਣਕਾਰੀ ਦੇ ਰਹੇ ਨੇ, ਇਹ ਸਾਡੇ ਪੂਰਨ ਆਕਰਮਕ ਕਿਰਿਆ ਹੋ ਜਾਣਗੇ। ਹੁਣ ਦੋਸਤੋ ਇਸ ਤੋਂ ਬਾਅਦ ਪੜ੍ਹਦੇ ਹਾਂ ਅਸੀਂ ਸਕਰਮਕ ਕਿਰਿਆ। ਜਿਵੇਂ ਅਸੀਂ ਦੇਖਿਆ ਸੀ ਦੋਸਤੋ ਕਿ ਕਿਰਿਆ ਦੇ ਦੋ ਭਾਗ ਹੁੰਦੇ ਨੇ, ਜਿਹੜੇ ਕਿ ਆਕਰਮਕ ਕਿਰਿਆ ਤੇ ਸਕਰਮਕ ਕਿਰਿਆ। ਅਸੀਂ ਸਭ ਤੋਂ ਪਹਿਲਾਂ ਹੁਣ ਦੇਖਿਆ ਆਕਰਮਕ ਕਿਰਿਆ ਬਾਰੇ। ਆਕਰਮਕ ਕਿਰਿਆ ਕਿਸ ਨੂੰ ਕਿਹਾ ਜਾਂਦਾ? ਜਿਹੜੀ ਦੇ ਵਿੱਚ ਕਰਮ ਰਹਿਤ ਹੋਵੇ, ਯਾਨੀ ਕਿ ਕਰਮ ਨਾ ਹੋਵੇ। ਆਬਜੈਕਟ ਤੋਂ ਦੋਸਤੋ ਜਿਹੜੀ ਬਿਨਾ ਹੁੰਦੀ ਹੈ, ਬਿਨਾ ਕਰਮ ਤੋਂ ਹੁੰਦੀ ਹੈ, ਉਸ ਨੂੰ ਆਕਰਮਕ ਕਿਰਿਆ ਆਖਿਆ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਪੜ੍ਹਿਆ ਦੋਸਤੋ ਕਿ ਆਕਰਮਕ ਕਿਰਿਆ ਦੇ ਅੱਗੇ ਦੋ ਰੂਪ ਹੁੰਦੇ ਨੇ। ਇੱਕ ਤਾਂ ਹੁੰਦਾ ਦੋਸਤੋ ਪੂਰਨ ਆਕਰਮਕ ਕਿਰਿਆ, ਤੇ ਦੂਸਰਾ ਪਾਰਟ ਹੁੰਦਾ ਹੈ ਅਪੂਰਨ ਆਕਰਮਕ ਕਿਰਿਆ। ਜਿਹੜੀ ਪੂਰਨ ਆਕਰਮਕ ਕਿਰਿਆ ਹੁੰਦੀ ਹੈ ਉਹ ਤਾਂ ਹੁੰਦੀ ਹੈ ਦੋਸਤੋ ਸਾਰਥਕ ਵਾਕ ਬਣਾਉਂਦੀ ਹੋਵੇ। ਜਿਹੜੀ ਸਾਰਥਕ ਵਾਕ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਬਣਾਵੇਗੀ ਉਹ ਤਾਂ ਹੋ ਜਾਏਗੀ ਸਾਡੀ ਪੂਰਨ ਆਕਰਮਕ ਕਿਰਿਆ। ਜਿਵੇਂ ਬਲਜੀਤ ਸੌਂ ਗਿਆ, ਅਸ਼ੋਕ ਰੋਇਆ, ਇਹ ਐਗਜ਼ਾਮਪਲ ਨੇ ਦੋਸਤੋ, ਉਦਾਹਰਣ ਨੇ। ਇਹ ਸਾਡੇ ਕੀ ਨੇ? ਪੂਰਨ ਆਕਰਮਕ ਕਿਰਿਆ ਨੇ। ਤੇ ਜਿਹੜੀ ਅਪੂਰਨ ਆਕਰਮਕ ਕਿਰਿਆ ਹੁੰਦੀ ਹੈ ਉਹਦੇ ਵਿੱਚ ਸਾਰਥਕ ਵਾਕ ਨਾ ਬਣਾ ਸਕੇ, ਬਲਕਾਰ ਗਿਆ ਹੈ, ਇਹ ਪੂਰਾ ਇੱਕ ਤਰੀਕੇ ਨਾਲ ਕੰਪਲੀਟ ਜਾਣਕਾਰੀ ਨਹੀਂ ਹੈ ਸੈਂਟੈਂਸ ਵਿੱਚ, ਇਸ ਲਈ ਇਹ ਅਪੂਰਨ ਆਕਰਮਕ ਕਿਰਿਆ ਹੋ ਜਾਏਗੀ। ਹੁਣ ਦੋਸਤੋ ਅਸੀਂ ਅੱਗੇ ਪੜ੍ਹਦੇ ਹਾਂ ਸਕਰਮਕ ਕਿਰਿਆ ਬਾਰੇ ਕਿ ਸਕਰਮਕ ਕਿਰਿਆ ਕਿਸ ਨੂੰ ਕਿਹਾ ਜਾਂਦਾ ਹੈ। ਸਕਰਮਕ ਕਿਰਿਆ ਦੋਸਤੋ ਉਹ ਹੁੰਦੀ ਹੈ ਜਿਹੜੀ ਕਰਮ ਸਹਿਤ ਹੋਵੇ, ਯਾਨੀ ਕਿ ਜਿਹਦੇ ਵਿੱਚ ਆਬਜੈਕਟ ਹੋਵੇ ਦੋਸਤੋ, ਕਰਮ ਹੋਵੇ। ਜਿਹਦੇ ਵਿੱਚ ਕਰਮ ਹੋਵੇਗਾ ਉਹ ਸਾਡੀ ਕੀ ਹੋ ਜਾਏਗੀ? ਸਕਰਮਕ ਕਿਰਿਆ। ਯਾਨੀ ਕਿ ਸ ਦਾ ਮਤਲਬ ਦੋਸਤੋ ਇੱਕ ਤਰੀਕੇ ਨਾਲ ਤੁਸੀਂ ਪੜ੍ਹੋਗੇ, ਸ ਦਾ ਮਤਲਬ ਹੋ ਜਾਏਗਾ ਸਹਿਤ। ਸ ਦਾ ਮਤਲਬ ਸਹਿਤ, ਯਾਨੀ ਕਿ ਕਰਮ ਦੇ ਸਹਿਤ। ਸਕਰਮਕ ਯਾਨੀ ਕਿ ਕਰਮ ਦੇ ਸਹਿਤ ਹੋਵੇ। ਜਿਹੜੀ ਕਰਮ ਦੇ ਨਾਲ ਹੋਵੇ ਦੋਸਤੋ, ਜਿਹੜੇ ਸੈਂਟੈਂਸ ਦੇ ਵਿੱਚ ਕਰਮ ਵੀ ਹੋਵੇ ਉਹ ਸਾਡੀ ਕੀ ਹੋ ਜਾਏਗੀ? ਸਕਰਮਕ ਕਿਰਿਆ ਹੋ ਜਾਏਗੀ। ਇਸੇ ਕਾਰਨ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਕਰਮ ਸਹਿਤ ਹੋਵੇ ਜਿਹੜੀ, ਜਿਵੇਂ ਕਿ ਦੋਸਤੋ ਉਦਾਹਰਣ ਨੇ ਸਾਡੇ ਕੋਲੇ ਜਤਿੰਦਰ ਹਾਕੀ ਖੇਡਦਾ ਹੈ, ਤਾਂ ਹਾਕੀ ਖੇਡਦਾ ਹੈ ਦੋਸਤੋ, ਤਾਂ ਹਾਕੀ ਸਾਡੀ ਇੱਥੇ ਕੀ ਹੋ ਜਾਏਗੀ? ਹਾਕੀ ਕਰਮ ਹੋ ਜਾਏਗੀ। ਦੀਪਕ ਨਾਟਕ ਪੜ੍ਹਦਾ ਹੈ, ਤਾਂ ਨਾਟਕ ਸਾਡਾ ਕਰਮ ਹੋ ਜਾਏਗਾ। ਇਹਨਾਂ ਵਾਕਾਂ ਵਿੱਚ ਦੋਸਤੋ ਜਤਿੰਦਰ ਅਤੇ ਦੀਪਕ ਸਾਡੇ ਕਰਤਾ ਹੋ ਜਾਣਗੇ, ਜਿਹੜੇ ਕਿ ਕੰਮ ਨੂੰ ਕਰ ਰਹੇ ਨੇ। ਕੰਮ ਨੂੰ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ। ਖੇਡਦਾ ਹੈ, ਪੜ੍ਹਦਾ ਹੈ, ਇਹ ਸਾਡੀਆਂ ਕਿਰਿਆਵਾਂ ਹੋ ਜਾਣਗੀਆਂ। ਪਰ ਇਹ ਕਿਹੜੀਆਂ ਕਿਰਿਆਵਾਂ ਨੇ ਦੋਸਤੋ? ਇਹ ਸਾਡੀਆਂ ਸਕਰਮਕ ਕਿਰਿਆਵਾਂ ਨੇ। ਹਾਕੀ ਤੇ ਨਾਟਕ ਸਾਡੇ ਕਰਮ ਹੋ ਜਾਣਗੇ। ਕਿਉਂਕਿ ਇਹ ਸਕਰਮਕ ਕਿਰਿਆਵਾਂ ਕਿਉਂ ਨੇ? ਕਿਉਂਕਿ ਇਹ ਸਾਡੀਆਂ ਕਿਰਿਆਵਾਂ ਆਬਜੈਕਟ ਦੇ ਨਾਲ ਨੇ, ਕਰਮ ਦੇ ਨਾਲ ਨੇ। ਕਿਉਂਕਿ ਹਾਕੀ ਤੇ ਨਾਟਕ ਸਾਡੇ ਕੀ ਨੇ? ਕਰਮ ਨੇ। ਇਹਨਾਂ ਸੈਂਟੈਂਸਾਂ ਵਿੱਚ ਕਰਮ ਯੂਜ ਹੋਏ ਨੇ ਦੋਸਤੋ। ਜਿਵੇਂ ਕਿ ਤੁਸੀਂ ਪਿੱਛੇ ਵੇਖੋਗੇ ਅਸੀਂ ਜਿਹੜੇ ਸੈਂਟੈਂਸ ਪੜ੍ਹੇ ਸੀ, ਰਮਨ ਸੁੱਤਾ ਹੈ, ਸੀਤਾ ਪੜ੍ਹਦੀ ਹੈ, ਇਹਨਾਂ ਵਿੱਚ ਕੋਈ ਵੀ ਕਰਮ ਨਹੀਂ ਸੀ ਦੋਸਤੋ। ਇਸ ਕਾਰਨ ਇਹਨਾਂ ਨੂੰ ਅਸੀਂ ਆਕਰਮਕ ਕਿਰਿਆਵਾਂ ਆਖਿਆ ਸੀਗਾ। ਤੇ ਇਹ ਜਿਹੜੇ ਸਕਰਮਕ ਕਿਰਿਆ ਹੁੰਦੀਆਂ ਇਹਨਾਂ ਵਿੱਚ ਆਬਜੈਕਟ ਹੁੰਦਾ, ਯਾਨੀ ਕਿ ਕਰਮ ਵੀ ਹੁੰਦਾ ਹੈ। ਹੁਣ ਦੋਸਤੋ ਨੈਕਸਟ ਦੇਖਦੇ ਹਾਂ ਸਕਰਮਕ ਕਿਰਿਆ ਦੇ ਅੱਗੇ ਜਿਹੜੇ ਦੋ ਰੂਪ ਹੁੰਦੇ ਨੇ ਉਹ ਕਿਹੜੇ ਕਿਹੜੇ ਹੁੰਦੇ ਨੇ। ਪੂਰਨ ਸਕਰਮਕ ਕਿਰਿਆ ਤੇ ਅਪੂਰਨ ਸਕਰਮਕ ਕਿਰਿਆ। ਇਹ ਕਿਸ ਨੂੰ ਕਿਹਾ ਜਾਂਦਾ ਦੋਸਤੋ? ਪੂਰਨ ਤੇ ਅਪੂਰਨ ਸਕਰਮਕ ਕਿਰਿਆ। ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਦੋਸਤੋ ਪੂਰਨ
ਸਕਰਮਕ ਕਿਰਿਆ ਦੇ ਬਾਰੇ 'ਚ ਕਿ ਪੂਰਨ ਸਕਰਮਕ ਕਿਰਿਆ ਕਿਸ ਨੂੰ ਕਹਿੰਦੇ ਨੇ। ਪੂਰਨ ਸਕਰਮਕ ਕਿਰਿਆ ਇਹ ਦੋਸਤੋ ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਦੇ ਨਾਲ ਮਿਲ ਕੇ ਸਾਰਥਕ ਵਾਕ ਬਣਾਵੇ ਉਸ ਨੂੰ ਅਸੀਂ ਪੂਰਨ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਦੋਸਤੋ। ਜਿਵੇਂ ਕਿਸਾਨਾਂ ਨੇ ਝਗੜਾ ਪਾਇਆ, ਮੁੰਡਿਆਂ ਨੇ ਪਰੇਡ ਕੀਤੀ, ਇਹ ਦੋਸਤੋ ਇਹਨਾਂ ਵਿੱਚ ਕਰਮ ਵੀ ਨੇ ਕਿਉਂਕਿ ਇਹ ਸਾਰਥਕ ਕਿਰਿਆਵਾਂ ਨੇ ਦੋਸਤੋ, ਸਕਰਮਕ ਕਿਰਿਆਵਾਂ ਨੇ ਤੇ ਇਹ ਪੂਰਨ ਰੂਪ ਵਿੱਚ ਨੇ ਕਿਉਂਕਿ ਇਹਦੇ ਵਿੱਚ ਪੂਰਾ ਇੱਕ ਕੰਪਲੀਟ ਜਾਣਕਾਰੀ ਸਾਨੂੰ ਮਿਲ ਰਹੀ ਹੈ। ਕਿਸਾਨਾਂ ਨੇ ਝਗੜਾ ਪਾਇਆ, ਮੁੰਡਿਆਂ ਨੇ ਪਰੇਡ ਕੀਤੀ ਤੇ ਇਹ ਸਾਡੀਆਂ ਸਕਰਮਕ ਕਿਰਿਆਵਾਂ ਹੋ ਜਾਣਗੀਆਂ ਜਿਹੜੀਆਂ ਕਿ ਪੂਰਨ ਨੇ। ਜੇ ਤੁਸੀਂ ਧਿਆਨ ਨਾਲ ਦੇਖੋਗੇ ਡੈਫੀਨੇਸ਼ਨ ਤਾਂ ਇਹਦੇ ਵਿੱਚ ਫਰਕ ਹੈ। ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ, ਕਿਉਂਕਿ ਇਹਦੇ ਵਿੱਚ ਕਰਮ ਵੀ ਆਏਗਾ ਦੋਸਤੋ, ਕਿਉਂਕਿ ਇਹ ਸਕਰਮਕ ਕਿਰਿਆ ਨੇ ਇਹਦੇ ਵਿੱਚ ਕਰਮ ਵੀ ਯੂਜ ਹੋਏਗਾ ਕਿਉਂਕਿ ਇਹ ਆਪਣੇ ਕਰਤਾ ਅਤੇ ਕਰਮ ਦੇ ਨਾਲ ਮਿਲ ਕੇ ਸਾਰਥਕ ਵਾਕ ਬਣਾਵੇ ਉਸ ਨੂੰ ਅਸੀਂ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਦੇਖੋ ਦੋਸਤੋ ਪਿੱਛੇ ਕੀ ਫਰਕ ਸੀਗਾ ਉਹਦੇ ਵਿੱਚ ਇਹ ਫਰਕ ਸੀਗਾ ਕਿ ਕਰਤਾ ਨਾਲ ਮਿਲ ਕੇ ਸਿਰਫ ਕਰਤਾ ਆਇਆ ਸੀਗਾ, ਕਰਤਾ ਨਾਲ ਮਿਲ ਕੇ ਜਿਹੜੀ ਸਾਰਥਕ ਵਾਕ ਬਣਾਵੇ ਉਹਨੂੰ ਪੂਰਨ ਆਕਰਮਕ ਕਿਹਾ ਜਾਂਦਾ ਹੈ। ਤੇ ਜਿਹੜੀ ਕਰਤਾ ਤੇ ਕਰਮ ਦੋਨਾਂ ਨਾਲ ਮਿਲ ਕੇ ਦੋਸਤੋ ਇਹਦੇ ਵਿੱਚ ਕੀ ਹੈ ਕਿ ਕਰਤਾ ਹੈ, ਕਰਤਾ ਦੇ ਨਾਲ ਨਾਲ ਕੀ ਹੈ ਦੋਸਤੋ ਪਲੱਸ ਵਿੱਚ ਕਰਮ ਵੀ ਹੈ। ਕਰਤਾ ਤੇ ਕਰਮ ਦੇ ਨਾਲ ਮਿਲ ਕੇ ਸਾਰਥਕ ਵਾਕ ਬਣਾਵੇ ਉਸ ਨੂੰ ਅਸੀਂ ਪੂਰਨ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਕਿਸਾਨਾਂ ਨੇ ਝਗੜਾ ਪਾਇਆ, ਮੁੰਡਿਆਂ ਨੇ ਪਰੇਡ ਕੀਤੀ, ਇਹ ਸਾਡੀਆਂ ਜਿਹੜੀਆਂ ਕਿਰਿਆਵਾਂ ਨੇ ਪੂਰਨ ਸਕਰਮਕ ਕਿਰਿਆਵਾਂ ਹੋ ਜਾਣਗੀਆਂ। ਇਹਦਾ ਸੈਕੰਡ ਪਾਰਟ ਹੈ ਦੋਸਤੋ ਕਿਉਂਕਿ ਇਹਦੇ ਦੋ ਰੂਪ ਨੇ ਸਕਰਮਕ ਕਿਰਿਆ ਦੇ, ਇੱਕ ਪੂਰਨ ਸਕਰਮਕ ਤੇ ਇੱਕ ਅਪੂਰਨ। ਹੁਣ ਅਸੀਂ ਪੜਾਂਗੇ ਦੋਸਤੋ ਅਪੂਰਨ ਸਕਰਮਕ ਕਿਰਿਆ ਕਿਸ ਨੂੰ ਕਿਹਾ ਜਾਂਦਾ ਹੈ। ਅਪੂਰਨ ਸਕਰਮਕ ਕਿਰਿਆ ਦੋਸਤੋ, ਅਪੂਰਨ ਸਕਰਮਕ ਕਿਰਿਆ, ਅਪੂਰਨ ਸਕਰਮਕ ਕਿਰਿਆ ਦੋਸਤੋ ਉਹ ਹੁੰਦੀ ਹੈ ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾ ਸਕੇ। ਜਿਹੜੀ ਕਿਰਿਆ ਦੋਸਤੋ ਆਪਣੇ ਕਰਤਾ ਤੇ ਕਰਮ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾ ਸਕੇ ਉਸ ਨੂੰ ਅਪੂਰਨ ਸਕਰਮਕ ਕਿਰਿਆ ਆਖਦੇ ਨੇ ਦੋਸਤੋ। ਜਿਵੇਂ ਹਰਪਾਲ ਭੈਣ ਨੂੰ ਦੱਸਣ ਲੱਗਾ। ਹੁਣ ਦੋਸਤੋ ਇਹ ਇੱਕ ਤਰੀਕੇ ਨਾਲ ਕੋਈ ਕੰਪਲੀਟ ਜਾਣਕਾਰੀ ਨਹੀਂ ਹੈ, ਪੂਰੀ ਜਾਣਕਾਰੀ ਨਹੀਂ ਹੈ ਦੋਸਤੋ ਵਾਕ ਦੇ ਵਿੱਚ, ਤਾਂ ਇਸ ਕਰਕੇ ਇਹ ਅਪੂਰਨ ਹੋ ਜਾਏਗੀ ਸਕਰਮਕ ਕਿਰਿਆ। ਕਿਉਂਕਿ ਸਕਰਮਕ ਕਿਰਿਆ ਹੈ ਦੋਸਤੋ ਕਿਉਂਕਿ ਇਹਦੇ ਵਿੱਚ ਆਬਜੈਕਟ ਤਾਂ ਹੋਏਗਾ ਪਰ ਇਹਦੀ ਜਿਹੜੀ ਇਨਫੋਰਮੇਸ਼ਨ ਹੈ ਕੰਪਲੀਟ ਨਹੀਂ ਹੋਏਗੀ, ਜਾਣਕਾਰੀ ਕੰਪਲੀਟ ਨਹੀਂ ਹੋਏਗੀ। ਜਿਵੇਂ ਕਿ ਮੰਤਰੀ ਨੇ ਰਿਸ਼ਤੇਦਾਰ ਨੂੰ ਬਣਾ ਦਿੱਤਾ, ਇਹ ਵੀ ਦੋਸਤੋ ਅਪੂਰਨ ਸਕਰਮਕ ਕਿਰਿਆ ਦਾ ਉਦਾਹਰਨ ਹੋ ਜਾਏਗਾ। ਇਹਨਾਂ ਵਾਕਿਆਂ ਵਿੱਚ ਦੋਸਤੋ ਤੁਸੀਂ ਦੇਖੋਗੇ ਹਰਪਾਲ ਤੇ ਮੰਤਰੀ ਸਾਡੇ ਕਰਤਾ ਹੋ ਜਾਣਗੇ, ਹਰਪਾਲ ਤੇ ਮੰਤਰੀ ਸਾਡੇ ਕਰਤਾ ਹੋ ਜਾਣਗੇ, ਭੈਣ ਤੇ ਰਿਸ਼ਤੇਦਾਰ ਕਰਮ ਹੋ ਜਾਣਗੇ। ਇਹਨਾਂ ਦੋਨਾਂ ਸੈਂਟੈਂਸ ਵਿੱਚ ਭੈਣ ਅਤੇ ਰਿਸ਼ਤੇਦਾਰ ਇਹ ਸਾਡੇ ਕੀ ਨੇ, ਕਰਮ ਨੇ, ਕਿਉਂਕਿ ਕਰਮ ਤਾਂ ਹੋਏਗਾ ਹੀ ਹੋਏਗਾ ਕਿਉਂਕਿ ਜਿਹੜੀ ਕਿਰਿਆ ਸਹਿਕਰਮਕ ਕਿਰਿਆ ਹੋਏਗੀ ਉਹਦੇ ਵਿੱਚ ਕਰਮ ਜ਼ਰੂਰ ਹੋਏਗਾ। ਤੇ ਕਰਤਾ ਸਾਡੇ ਹਰਪਾਲ ਤੇ ਮੰਤਰੀ, ਭੈਣ ਤੇ ਰਿਸ਼ਤੇਦਾਰ ਸਾਡੇ ਕੀ ਹੋ ਜਾਣਗੇ, ਇਹ ਸਾਡੇ ਦੋਨੋਂ ਕਰਮ ਹੋ ਜਾਣਗੇ। ਦੱਸਣ ਲੱਗਾ ਅਤੇ ਬਣਾ ਦਿੱਤਾ, ਜਿਹੜਾ ਸੈਂਟੈਂਸ ਵਿੱਚ ਯੂਜ ਕੀਤਾ ਦੋਸਤੋ ਦੱਸਣ ਲੱਗਾ, ਬਣਾ ਦਿੱਤਾ, ਇਹ ਸਾਡੀਆਂ ਕਿਰਿਆਵਾਂ ਨੇ ਪਰ ਫਿਰ ਵੀ ਵਾਕ ਪੂਰਾ ਸਾਰਥਕ ਨਹੀਂ ਹੈ ਦੋਸਤੋ। ਪੂਰਾ ਸਾਡਾ ਜਿਹੜਾ ਸੈਂਟੈਂਸ ਹੈ, ਵਾਕ ਹੈ, ਇਹ ਕੰਪਲੀਟ ਇਨਫੋਰਮੇਸ਼ਨ ਨਹੀਂ ਦੇ ਰਿਹਾ, ਪੂਰੀ ਜਾਣਕਾਰੀ ਨਹੀਂ ਦੇ ਰਿਹਾ ਕਿਉਂਕਿ ਇਹ ਸਾਰਥਕ ਵਾਕ ਨਹੀਂ ਹੈ ਦੋਸਤੋ। ਇਸ ਲਈ ਅਪੂਰਨ ਸਕਰਮਕ ਕਿਰਿਆਵਾਂ ਨੇ। ਦੱਸਣ ਲੱਗਾ ਤੇ ਬਣਾ ਦਿੱਤਾ ਇਹ ਸਾਡੀਆਂ ਕੀ ਹੋ ਜਾਣਗੀਆਂ, ਅਪੂਰਨ ਸਕਰਮਕ ਕਿਰਿਆਵਾਂ ਹੋ ਜਾਣਗੀਆਂ। ਹੁਣ ਤੱਕ ਜਿੰਨਾ ਵੀ ਪੜ੍ਹਿਆ ਦੋਸਤੋ ਅਸੀਂ ਇਸ ਨੂੰ ਇੱਕ ਵਾਰ ਰਿਵਾਈਜ਼ ਕਰਦੇ ਹਾਂ ਕਿਉਂਕਿ ਜੇ ਅਸੀਂ ਇਸ ਨੂੰ ਰਿਵਾਈਜ਼ ਨਾ ਕੀਤਾ ਫਿਰ ਦੋਸਤੋ ਅਸੀਂ ਭੁੱਲ ਸਕਦੇ ਹਾਂ। ਇੱਕ ਵਾਰ ਇਸ ਨੂੰ ਥੋੜ੍ਹਾ ਰਿਵਾਈਜ਼ ਕਰ ਲਈਏ ਤਾਂ ਕਿ ਚੰਗੇ ਤਰੀਕੇ ਨਾਲ ਸਾਨੂੰ ਇੱਕ ਵਾਰੀ ਯਾਦ ਹੋ ਜਾਵੇ। ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਦੇ ਹਾਂ ਕਿਰਿਆ ਤੋਂ ਦੋਸਤੋ। ਅਸੀਂ ਕਿਰਿਆ ਜਿਸ ਨੂੰ ਵਰਬ ਕਿਹਾ ਜਾਂਦਾ ਇੰਗਲਿਸ਼ ਵਿੱਚ, ਸਭ ਤੋਂ ਪਹਿਲਾਂ ਪਰਿਭਾਸ਼ਾ ਵੇਖੀ ਅਸੀਂ। ਜਿਹੜਾ ਸ਼ਬਦ ਕਿਸੇ ਵਸਤੂ ਦੇ ਕੰਮ ਨੂੰ ਕਾਲ ਸਹਿਤ ਹੋਣਾ ਜਾਂ ਕਰਨਾ ਪ੍ਰਗਟ ਕਰੇ ਉਸ ਨੂੰ ਦੋਸਤੋ ਅਸੀਂ ਕਿਰਿਆ ਆਖਦੇ ਨੇ। ਪੜ੍ਹ ਰਿਹਾ, ਗਾ ਰਿਹਾ, ਖੇਡ ਰਿਹਾ ਸਾਡੀਆਂ ਕਿਰਿਆਵਾਂ ਹੋ ਜਾਣਗੀਆਂ। ਕਿਰਿਆ ਦੇ ਜਿਹੜੇ ਮੂਲ ਰੂਪ ਹੁੰਦਾ ਦੋਸਤੋ ਉਸ ਨੂੰ ਧਾਤੂ ਕਿਹਾ ਜਾਂਦਾ ਹੈ। ਕਿਰਿਆ ਦੇ ਮੂਲ ਰੂਪ ਨੂੰ ਧਾਤੂ ਕਿਹਾ ਜਾਂਦਾ ਹੈ। ਜਿਵੇਂ ਲਿਖ, ਪੜ੍ਹ, ਜਾ, ਖਾ, ਗਾ, ਰੋ ਇਹ ਸਾਡੀਆਂ ਧਾਤੂਆਂ ਹੋ ਜਾਣਗੀਆਂ। ਇਹਨਾਂ ਧਾਤੂਆਂ ਤੋਂ ਦੋਸਤੋ ਲਿਖਦਾ, ਪੜ੍ਹਦਾ ਇਹ ਸਾਡੀਆਂ ਕਿਰਿਆਵਾਂ ਬਣਦੀਆਂ ਨੇ। ਨੈਕਸਟ ਅਸੀਂ ਪੜ੍ਹਿਆ ਸੀ ਦੋਸਤੋ ਕੋਈ ਵੀ ਵਾਕ ਦੀ ਜਿਹੜੀ ਬਣਤਰ ਹੁੰਦੀ ਹੈ, ਵਾਕ ਬਣਦਾ ਦੋਸਤੋ ਤਿੰਨ ਮੁੱਢਲੇ ਤੱਤ ਕਾਰਜਸ਼ੀਲ ਹੁੰਦੇ ਨੇ। ਤਿੰਨ ਮੁੱਢਲੇ ਜਿਹੜੇ ਤੱਤ ਨੇ ਉਹ ਯੂਜ ਹੁੰਦੇ ਨੇ, ਕਰਤਾ, ਕਰਮ ਤੇ ਕਿਰਿਆ। ਕਿਰਿਆ ਦਾ ਇਹ ਟੌਪਿਕ ਅਸੀਂ ਪੜ੍ਹ ਰਹੇ ਹਾਂ ਦੋਸਤੋ। ਇਹਦੇ ਵਿੱਚ ਕਰਤਾ ਤੇ ਕਰਮ ਦੇ ਬਾਰੇ ਮੈਂ ਤੁਹਾਨੂੰ ਦੱਸਦਾ। ਕਰਤਾ ਜਿਹੜਾ ਹੁੰਦਾ ਸਾਡਾ ਸਬਜੈਕਟ, ਕੰਮ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ, ਜਿਹੜਾ ਕੰਮ ਕਰਦਾ ਹੈ। ਜਿਵੇਂ ਮੋਹਨ ਖੇਡ ਰਿਹਾ, ਸੋਹਨ ਕਰਤਾ ਹੈ। ਇਹਦੇ ਵਿੱਚ ਦੋਸਤੋ ਕੀ ਹੈ, ਸੋਹਨ ਖੇਡ ਰਿਹਾ ਹੈ, ਸੋਹਨ ਸਾਡਾ ਕੀ ਹੋ ਜਾਏਗਾ, ਕਰਤਾ ਹੋ ਜਾਏਗਾ। ਨੈਕਸਟ ਹੈ ਦੋਸਤੋ ਕਰਮ, ਆਬਜੈਕਟ। ਵਾਕ ਵਿੱਚ ਕਰਤਾ ਦੁਆਰਾ ਜਿਸ ਉੱਤੇ ਕੰਮ ਕੀਤਾ ਜਾਵੇ ਉਸ ਨੂੰ
ਕਰਮ ਕਿਹਾ ਜਾਂਦਾ ਹੈ। ਲੜਕੇ ਨੇ ਗੀਤ ਗਾਇਆ, ਮੋਹਨ ਨੇ ਰੋਟੀ ਖਾਧੀ, ਇਹ ਸਾਡੇ ਕੀ ਹੋ ਜਾਣਗੇ? ਗੀਤ ਤੇ ਰੋਟੀ ਸਾਡੇ ਕਰਮ ਹੋ ਜਾਣਗੇ। ਇਹਨਾਂ ਨੂੰ ਆਬਜੈਕਟ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਦੇਖਿਆ ਦੋਸਤੋ ਕਿ ਕਿਰਿਆ ਦੀਆਂ ਕਿੰਨੀਆਂ ਕਿਸਮਾਂ? ਮੁੱਖ ਰੂਪ ਦੇ ਵਿੱਚ ਕਿਰਿਆ ਦੀਆਂ ਦੋ ਕਿਸਮਾਂ ਹੁੰਦੀਆਂ ਨੇ। ਇੱਕ ਹੁੰਦੀ ਹੈ ਅਕਰਮਕ ਕਿਰਿਆ ਤੇ ਦੂਸਰੀ ਹੁੰਦੀ ਹੈ ਦੋਸਤੋ ਸਹਿਕਰਮਕ ਕਿਰਿਆ। ਅਕਰਮਕ ਕਿਰਿਆ ਦੇ ਅੱਗੇ ਦੋ ਭਾਗ ਹੋ ਜਾਂਦੇ ਨੇ, ਪੂਰਨ ਅਕਰਮਕ ਕਿਰਿਆ ਤੇ ਅਪੂਰਨ ਅਕਰਮਕ ਕਿਰਿਆ। ਉਸੇ ਤਰੀਕੇ ਨਾਲ ਸਹਿਕਰਮਕ ਕਿਰਿਆ ਦੇ ਵੀ ਦੋ ਭਾਗ ਹੋ ਜਾਂਦੇ ਨੇ। ਇੱਕ ਹੋ ਜਾਂਦਾ ਹੈ ਦੋਸਤੋ ਪੂਰਨ ਸਕਰਮਕ ਕਿਰਿਆ ਤੇ ਸੈਕਿੰਡ ਹੋ ਜਾਂਦਾ ਹੈ ਅਪੂਰਨ ਸਕਰਮਕ ਕਿਰਿਆ। ਅਸੀਂ ਦੇਖਿਆ ਅਕਰਮਕ ਕਿਰਿਆ ਉਹ ਹੁੰਦੀ ਹੈ ਜਿਹੜੀ ਕਰਮ ਤੋਂ ਰਹਿਤ ਹੁੰਦੀ ਹੈ, ਜਿਹੜੀ ਕਿ ਕਰਮ ਤੋਂ ਬਿਨਾਂ ਹੁੰਦੀ ਹੈ ਦੋਸਤੋ, ਜਿਹਦੇ ਵਿੱਚ ਕਰਮ ਨਹੀਂ ਹੁੰਦਾ, ਆਬਜੈਕਟ ਨਹੀਂ ਹੁੰਦਾ, ਬਲਕਿ ਉਹਦੇ ਵਿੱਚ ਸਿਰਫ ਕਰਤਾ ਹੀ ਹੁੰਦਾ ਹੈ ਦੋਸਤੋ। ਜਿਵੇਂ ਕਿ ਰਮਨ ਸੁੱਤਾ ਹੈ, ਸੀਤਾ ਪੜ੍ਹਦੀ ਹੈ, ਇਹਨਾਂ ਵਿੱਚ ਕੀ ਹੈ? ਕਰਮ ਨਹੀਂ ਹੈ ਦੋਸਤੋ, ਕਿਉਂਕਿ ਰਮਨ ਸੁੱਤਾ ਹੈ, ਸੀਤਾ ਪੜ੍ਹਦੀ ਹੈ, ਇਹਨਾਂ ਵਿੱਚ ਰਮਨ ਤੇ ਸੀਤਾ ਤਾਂ ਸਾਡੇ ਕਰਤਾ ਹੋ ਜਾਣਗੇ, ਤੇ ਕਰਮ ਨਾ ਹੋਣ ਕਾਰਨ ਇਹਨਾਂ ਜਿਹੜੀਆਂ ਪੜ੍ਹਦੀ ਹੈ ਤੇ ਸੁੱਤਾ ਹੈ, ਇਹ ਦੋਨੋਂ ਕਿਰਿਆਵਾਂ ਸਾਡੀਆਂ ਅਕਰਮਕ ਕਿਰਿਆਵਾਂ ਹੋ ਜਾਣਗੀਆਂ। ਅਕਰਮਕ ਕਿਰਿਆ ਦੇ ਅੱਗੇ ਦੋ ਰੂਪ ਨੇ, ਪੂਰਨ ਅਕਰਮਕ ਕਿਰਿਆ ਤੇ ਅਪੂਰਨ ਅਕਰਮਕ ਕਿਰਿਆ। ਜਿਹੜੀ ਪੂਰਨ ਅਕਰਮਕ ਕਿਰਿਆ ਹੁੰਦੀ ਹੈ ਦੋਸਤੋ, ਉਹ ਸਾਰਥਕ ਵਾਕ ਬਣਾਉਂਦੀ ਹੁੰਦੀ ਹੈ। ਕਰਤਾ ਨਾਲ ਮਿਲ ਕੇ ਜਿਹੜੀ ਸਾਰਥਕ ਵਾਕ ਬਣਾਵੇ ਉਹ ਸਾਡੀ ਪੂਰਨ ਅਕਰਮਕ ਕਿਰਿਆ ਹੋ ਜਾਂਦੀ ਹੈ। ਜਿਵੇਂ ਬਲਜੀਤ ਸੌਂ ਗਿਆ, ਅਸ਼ੋਕ ਰੋਇਆ, ਇਹ ਸਾਡੇ ਇੱਕ ਤਰੀਕੇ ਨਾਲ ਕੰਪਲੀਟ ਜਾਣਕਾਰੀ ਮਿਲ ਰਹੀ ਹੈ, ਇਸ ਲਈ ਇਹ ਪੂਰਨ ਅਕਰਮਕ ਕਿਰਿਆਵਾਂ ਹੋ ਜਾਣਗੀਆਂ। ਅਪੂਰਨ ਅਕਰਮਕ ਕਿਰਿਆਵਾਂ ਦੋਸਤੋ ਉਹ ਹੁੰਦੀਆਂ ਜਿਨ੍ਹਾਂ ਵਿੱਚ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾ ਸਕੇ ਦੋਸਤੋ, ਯਾਨੀ ਕਿ ਜਿਹੜੀ ਕੰਪਲੀਟ ਜਾਣਕਾਰੀ ਨਾ ਮਿਲੇ ਉਹ ਅਪੂਰਨ ਹੋ ਜਾਏਗੀ, ਅਪੂਰਨ ਅਕਰਮਕ ਕਿਰਿਆ। ਜਿਵੇਂ ਬਲਕਾਰ ਗਿਆ ਹੈ, ਹੁਣ ਸਾਨੂੰ ਨਹੀਂ ਪਤਾ ਦੋਸਤੋ ਕਿ ਬਲਕਾਰ ਕਿੱਥੇ ਗਿਆ ਹੈ, ਇਸ ਕਾਰਨ ਇਹ ਸਾਡਾ ਸਾਰਥਕ ਵਾਕ ਨਹੀਂ ਹੈ, ਤਾਂ ਇਹ ਸਾਡੇ ਕੀ ਹੋ ਜਾਏਗੀ? ਅਪੂਰਨ ਅਕਰਮਕ ਕਿਰਿਆ ਹੋ ਜਾਏਗੀ। ਉਸ ਤੋਂ ਬਾਅਦ ਅਸੀਂ ਪੜ੍ਹਿਆ ਦੋਸਤੋ ਸਕਰਮਕ ਕਿਰਿਆ। ਸਕਰਮਕ ਤੋਂ ਭਾਵ ਹੈ ਕਰਮ ਸਹਿਤ, ਯਾਨੀ ਕਿ ਜਿਹੜੀ ਕਰਮ ਦੇ ਸਹਿਤ ਹੋਵੇ, ਜਿਹਦੇ ਵਿੱਚ ਕਰਮ ਹੋਵੇ ਦੋਸਤੋ। ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਸ ਨੂੰ ਸਹਿਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਜਤਿੰਦਰ ਹਾਕੀ ਖੇਡਦਾ ਹੈ, ਦੀਪਕ ਨਾਟਕ ਪੜ੍ਹਦਾ ਹੈ, ਤਾਂ ਜਤਿੰਦਰ ਤੇ ਦੀਪਕ ਸਾਡੇ ਕੀ ਨੇ ਦੋਸਤੋ? ਕਰਤਾ ਨੇ। ਖੇਡਦਾ ਹੈ, ਪੜ੍ਹਦਾ, ਇਹ ਸਾਡੀਆਂ ਕਿਰਿਆਵਾਂ ਹੋ ਜਾਣਗੀਆਂ, ਅਤੇ ਹਾਕੀ ਤੇ ਨਾਟਕ ਸਾਡੇ ਕੀ ਹੋ ਜਾਣਗੇ? ਆਬਜੈਕਟ ਹੋ ਜਾਣਗੇ, ਯਾਨੀ ਕਿ ਕਰਮ ਹੋ ਜਾਣਗੇ। ਜਿੱਥੇ ਕਰਮ ਦਾ ਯੂਜ ਹੁੰਦਾ ਦੋਸਤੋ, ਕਰਮ ਹੁੰਦਾ, ਉਹ ਸਾਡੀ ਸਹਿਕਰਮਕ ਕਿਰਿਆ ਹੋ ਜਾਂਦੀ ਹੈ, ਜਿਹੜੀ ਕਰਮ ਸਹਿਤ ਹੁੰਦੀ ਹੈ। ਉਸ ਤੋਂ ਬਾਅਦ ਅਸੀਂ ਪੜ੍ਹੇ ਦੋਸਤੋ ਕਿ ਕਿਰਿਆ ਦੇ ਜਿਹੜੇ ਸਹਿਕਰਮਕ ਕਿਰਿਆ ਹੁੰਦੀ ਹੈ ਉਹਦੇ ਅੱਗੇ ਫਿਰ ਦੋ ਰੂਪ ਹੁੰਦੇ ਨੇ, ਇੱਕ ਹੁੰਦਾ ਪੂਰਨ ਤੇ ਇੱਕ ਹੁੰਦਾ ਅਪੂਰਨ ਸਹਿਕਰਮਕ ਕਿਰਿਆ। ਜਿਹੜਾ ਸਾਡਾ ਪੂਰਨ ਸਕਰਮਕ ਕਿਰਿਆ ਹੁੰਦਾ ਹੈ ਉਹ ਜਿਹੜਾ ਆਪਣੇ ਕਰਤਾ ਤੇ ਕਰਮ ਦੇ ਨਾਲ ਮਿਲ ਕੇ ਸਾਰਥਕ ਵਾਕ ਬਣਾਵੇ ਉਸ ਨੂੰ ਪੂਰਨ ਸਹਿਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਕਿਸਾਨਾਂ ਨੇ ਝਗੜਾ ਪਾਇਆ, ਮੁੰਡਿਆਂ ਨੇ ਪਰੇਡ ਕੀਤੀ, ਇਹ ਸਾਡਾ ਪੂਰਨ ਸਹਿਕਰਮਕ ਕਿਰਿਆ ਹੋ ਜਾਣਗੀਆਂ ਦੋਸਤੋ। ਇਸ ਤੋਂ ਬਾਅਦ ਅਸੀਂ ਪੜ੍ਹਿਆ ਦੋਸਤੋ ਅਪੂਰਨ ਸਹਿਕਰਮਕ ਕਿਰਿਆ ਕਿਹੜੀ ਹੁੰਦੀ ਹੈ? ਜਿਹੜੀ ਸਕਰਮਕ ਕਿਰਿਆ ਦੋਸਤੋ ਆਪਣੇ ਕਰਤਾ ਅਤੇ ਕਰਮ ਦੇ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾ ਸਕੇ। ਜਿਹੜੀ ਸਾਰਥਕ ਵਾਕ ਨਾ ਬਣਾ ਸਕੇ ਦੋਸਤੋ, ਉਹ ਸਾਡੀ ਅਪੂਰਨ ਹੋ ਜਾਏਗੀ, ਅਪੂਰਨ ਸਹਿਕਰਮਕ ਕਿਰਿਆ ਹੋ ਜਾਏਗੀ। ਜਿਵੇਂ ਹਰਪਾਲ ਭੈਣ ਨੂੰ ਦੱਸਣ ਲੱਗਾ, ਮੰਤਰੀ ਨੇ ਰਿਸ਼ਤੇਦਾਰ ਨੂੰ ਬਣਾ ਦਿੱਤਾ। ਹੁਣ ਇਹਨਾਂ ਦੋਨਾਂ ਵਾਕਿਆਂ ਵਿੱਚ ਦੋਸਤੋ ਸਾਡੀ ਜਾਣਕਾਰੀ ਪੂਰੀ ਨਹੀਂ ਹੈ, ਇਸ ਲਈ ਇਹ ਦੋਨੇ ਵਾਕ ਕੀ ਹੋ ਜਾਣਗੇ? ਅਪੂਰਨ ਸਹਿਕਰਮਕ ਕਿਰਿਆ ਹੋ ਜਾਣਗੇ। ਹੁਣ ਦੋਸਤੋ ਅਸੀਂ ਪੜ੍ਹਦੇ ਹਾਂ ਜਿਹੜੇ ਕੁਝ ਹੋਰ ਕਿਸਮਾਂ ਵੀ ਹੁੰਦੀਆਂ ਨੇ ਕਿਰਿਆਵਾਂ ਦੀਆਂ, ਉਹਨਾਂ ਬਾਰੇ ਅਸੀਂ ਜਾਣਕਾਰੀ ਦੇਖਦੇ ਹਾਂ। ਕਿਰਿਆ ਦੇ ਦੋਸਤੋ ਹੋਰ ਰੂਪ ਕਿਹੜੇ-ਕਿਹੜੇ ਹੋ ਸਕਦੇ ਨੇ? ਅਕਰਮਕ ਤੇ ਸਹਿਕਰਮਕ ਕਿਰਿਆਵਾਂ ਤੋਂ ਇਲਾਵਾ ਦੋਸਤੋ ਕਿਰਿਆ ਦੇ ਹੋਰ ਰੂਪ ਵੀ ਮਿਲਦੇ ਹਨ। ਜਿਵੇਂ ਦੋਸਤੋ ਇੱਕ ਹੁੰਦੀ ਹੈ ਸਮਰੰਗੀ ਕਿਰਿਆ, ਇੱਕ ਹੁੰਦੀ ਹੈ ਸਹਾਇਕ ਕਿਰਿਆ, ਇੱਕ ਹੁੰਦੀ ਹੈ ਦੋਸਤੋ ਮੁੱਖ ਕਿਰਿਆ। ਇਹ ਤਿੰਨ ਰੂਪ ਹੋਰ ਵੀ ਹੁੰਦੇ ਨੇ ਕਿਰਿਆਵਾਂ ਦੇ ਦੋਸਤੋ। ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਸਮਰੰਗੀ ਕਿਰਿਆ ਦੇ ਬਾਰੇ 'ਚ ਦੋਸਤੋ, ਉਸ ਤੋਂ ਬਾਅਦ ਅਸੀਂ ਸਹਾਇਕ ਕਿਰਿਆ ਤੇ ਉਸ ਤੋਂ ਬਾਅਦ ਅਸੀਂ ਮੁੱਖ ਕਿਰਿਆ ਵੀ ਦੇਖਾਂਗੇ ਦੋਸਤੋ। ਸਭ ਤੋਂ ਪਹਿਲਾਂ ਸਮਰੰਗੀ ਕਿਰਿਆ ਦੋਸਤੋ ਕਈ ਵਾਕਿਆਂ ਵਿੱਚ ਹੈ ਜਾਂ ਸੀ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ। ਕਈ ਵਾਕਿਆਂ ਵਿੱਚ ਹੈ ਜਾਂ ਸੀ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ, ਉਸ ਨੂੰ ਸਮਰੰਗੀ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਗੀਤਾ ਆਲਸੀ ਸੀ, ਰਾਮ ਇੱਕ ਹੁਸ਼ਿਆਰ ਲੜਕਾ ਹੈ, ਇਹ ਸਾਡੇ ਹੈ ਤੇ ਸੀ ਕੀ ਹੋ ਜਾਣਗੇ? ਸਮਰੰਗੀ ਕਿਰਿਆ ਹੋ ਜਾਣਗੇ ਦੋਸਤੋ। ਸਮਰੰਗੀ ਕਿਰਿਆ ਉਹ ਹੁੰਦੀ ਹੈ ਦੋਸਤੋ ਜਿਨ੍ਹਾਂ ਵਾਕਿਆਂ ਵਿੱਚ ਹੈ ਤੇ ਸੀ ਇਕੱਲੇ ਸ਼ਬਦ ਹੀ ਕਿਰਿਆ ਦੇ ਰੂਪ ਹੁੰਦੇ ਨੇ, ਉਹਨਾਂ ਨੂੰ ਅਸੀਂ ਸਮਰੰਗੀ ਕਿਰਿਆ ਕਿਹਾ ਜਾਂਦਾ। ਜਿਵੇਂ ਗੀਤਾ ਆਲਸੀ ਸੀ, ਰਾਮ ਇੱਕ ਹੁਸ਼ਿਆਰ ਲੜਕਾ ਹੈ। ਨੈਕਸਟ ਹੈ ਦੋਸਤੋ ਸਹਾਇਕ ਕਿਰਿਆ। ਸਹਾਇਕ ਕਿਰਿਆ ਜਦੋਂ ਹੈ ਸੀ ਤੋਂ ਬਿਨਾਂ ਜਦੋਂ ਹੈ ਸੀ ਤੇ ਇਹਨਾਂ ਦੇ ਹੋਰ ਰੂਪ ਸਕਦਾ, ਤੇ ਚਾਹੀਦਾ, ਇਹ ਜਿਹੜੇ ਦੋ ਰੂਪ ਨੇ ਦੋਸਤੋ, ਇੱਕ ਤਾਂ ਸਕਦਾ ਅਤੇ ਇੱਕ ਚਾਹੀਦਾ, ਇਹ ਅਕਰਮਕ ਤੇ ਸਕਰਮਕ ਨਾਲ ਆ ਕੇ
ਕਿਰਿਆ ਦਾ ਕੰਮ ਕਰਨ ਤਾਂ ਉਹਨਾਂ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਕਿ ਦੋਸਤੋ ਮੈਂ ਭਾਸ਼ਣ ਦੇ ਸਕਦਾ ਹਾਂ, ਤਾਂ ਸਕਦਾ ਹਾਂ ਦੋਸਤੋ ਇਹਦੇ ਵਿੱਚ ਤੇ ਤੁਹਾਨੂੰ ਭਾਸ਼ਣ ਦੇਣਾ ਚਾਹੀਦਾ ਹੈ। ਸਕਦਾ ਹਾਂ, ਚਾਹੀਦਾ ਹੈ, ਇਹ ਸਾਡੀਆਂ ਕੀ ਹੋ ਜਾਣਗੀਆਂ ਦੋਸਤੋ, ਸਹਾਇਕ ਕਿਰਿਆ ਹੋ ਜਾਣਗੀਆਂ। ਜਦੋਂ ਹੈ, ਸੀ ਤੇ ਇਹਨਾਂ ਦੇ ਹੋਰ ਰੂਪ ਸਕਦਾ, ਚਾਹੀਦਾ, ਇਹ ਆਕਰਮਕ ਤੇ ਸਕਰਮਕ ਨਾਲ ਮਿਲ ਕੇ ਦੋਸਤੋ ਕਿਰਿਆਵਾਂ ਦਾ ਕੰਮ ਕਰਨ ਤਾਂ ਉਹਨਾਂ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਮੈਂ ਭਾਸ਼ਣ ਦੇ ਸਕਦਾ ਹਾਂ, ਤੁਹਾਨੂੰ ਭਾਸ਼ਣ ਦੇਣਾ ਚਾਹੀਦਾ ਹੈ। ਸਕਦਾ ਹੈ, ਚਾਹੀਦਾ ਹੈ, ਇਹ ਸਾਡੀਆਂ ਸਹਾਇਕ ਕਿਰਿਆ ਹੋ ਜਾਣਗੀਆਂ। ਤੀਜਾ ਰੂਪ ਹੈ ਦੋਸਤੋ ਸਾਡੇ ਕੋਲ ਮੁੱਖ ਕਿਰਿਆ। ਮੁੱਖ ਕਿਰਿਆ ਕਿਸ ਨੂੰ ਕਿਹਾ ਜਾਂਦਾ ਹੈ? ਮੁੱਖ ਕਿਰਿਆ ਦੋਸਤੋ ਸਹਾਇਕ ਕਿਰਿਆ ਤੋਂ ਬਿਨਾਂ ਵੀ ਹੋ ਸਕਦੀ ਹੈ ਤੇ ਸਹਾਇਕ ਕਿਰਿਆ ਦੇ ਨਾਲ ਵੀ ਹੋ ਸਕਦੀ ਹੈ। ਜਿਵੇਂ ਦੋਸਤੋ ਐਗਜ਼ਾਮਪਲ ਹੈ, ਮੈਂ ਸਭ ਕਿਤਾਬਾਂ ਰੱਖਦਾ ਹਾਂ। ਮੈਂ ਸਭ ਕਿਤਾਬਾਂ ਰੱਖਦਾ ਹਾਂ। ਰੱਖਦਾ ਹਾਂ ਦੋਸਤੋ ਕੀ ਹੋ ਜਾਏਗੀ ਸਾਡੀ? ਇਹ ਮੁੱਖ ਕਿਰਿਆ ਹੋ ਜਾਏਗੀ। ਹੁਣ ਦੋਸਤੋ ਇੱਕ ਵਾਰ ਥੋੜ੍ਹਾ ਇਹਨਾਂ ਤਿੰਨਾਂ ਕਿਰਿਆਵਾਂ ਨੂੰ ਦੁਬਾਰਾ ਇੱਕ ਵਾਰ ਰਿਪੀਟ ਕਰਦੇ ਹਾਂ ਦੋਸਤੋ। ਕਿਰਿਆ ਦੇ ਜਿਹੜੇ ਹੋਰ ਰੂਪ ਨੇ ਉਹਨਾਂ ਵਿੱਚ ਦੋਸਤੋ ਇਹ 3 ਰੂਪ ਆਉਂਦੇ ਨੇ: ਸਮਰੰਗੀ ਕਿਰਿਆ, ਸਹਾਇਕ ਕਿਰਿਆ ਤੇ ਮੁੱਖ ਕਿਰਿਆ। ਜਿਹੜਾ ਸਾਡਾ ਸਮਰੰਗੀ ਕਿਰਿਆ ਹੁੰਦਾ ਉਹਦੇ ਵਿੱਚ ਦੋਸਤੋ ਕਈ ਵਾਕਿਆਂ ਵਿੱਚ ਹੈ ਜਾਂ ਸੀ ਸਾਡੇ ਇਕੱਲੇ ਹੀ ਸ਼ਬਦ ਕੀ ਹੋ ਜਾਂਦੇ ਨੇ? ਕਿਰਿਆ ਦੇ ਰੂਪ ਹੋ ਜਾਂਦੇ ਨੇ। ਜਿਵੇਂ ਗੀਤਾ ਆਲਸੀ ਸੀ, ਰਾਮ ਇੱਕ ਹੁਸ਼ਿਆਰ ਲੜਕਾ ਹੈ ਤੇ ਸੀ ਇੱਥੇ ਸਾਡੇ ਕੀ ਹੋ ਜਾਣਗੇ? ਸਮਰੰਗੀ ਕਿਰਿਆ ਹੋ ਜਾਣਗੇ। ਉਸ ਤੋਂ ਬਾਅਦ ਅਸੀਂ ਪੜ੍ਹਿਆ ਦੋਸਤੋ ਸਹਾਇਕ ਕਿਰਿਆ। ਸਹਾਇਕ ਕਿਰਿਆ ਵਿੱਚ ਦੋਸਤੋ ਜਿਹੜੇ ਸ਼ਬਦ ਨੇ ਸਕਦਾ, ਚਾਹੀਦਾ, ਇਸ ਤਰੀਕੇ ਦੇ ਸ਼ਬਦ ਜਦੋਂ ਹੈ ਸੀ ਤੇ ਇਹਨਾਂ ਤੋਂ ਹੋਰ ਰੂਪ ਸਕਦਾ, ਚਾਹੀਦਾ, ਅਕਰਮਕ ਅਤੇ ਸਹਿਕਰਮਕ ਨਾਲ ਮਿਲ ਕੇ ਦੋਸਤੋ ਕੰਮ ਕਰਨ ਤਾਂ ਉਹਨਾਂ ਨੂੰ ਅਸੀਂ ਸਹਾਇਕ ਕਿਰਿਆ ਕਹਿੰਦੇ ਹਾਂ। ਜਿਵੇਂ ਮੈਂ ਭਾਸ਼ਣ ਦੇ ਸਕਦਾ ਹਾਂ, ਤੁਹਾਨੂੰ ਭਾਸ਼ਣ ਦੇਣਾ ਚਾਹੀਦਾ ਹੈ। ਸਕਦਾ ਹਾਂ, ਚਾਹੀਦਾ, ਇਹ ਸਾਡੇ ਕੀ ਹੋ ਜਾਣਗੇ? ਸਹਾਇਕ ਕਿਰਿਆ ਹੋ ਜਾਣਗੇ। ਉਸ ਤੋਂ ਬਾਅਦ ਅਸੀਂ ਮੁੱਖ ਕਿਰਿਆ। ਮੁੱਖ ਕਿਰਿਆ ਸਹਾਇਕ ਕਿਰਿਆ ਤੋਂ ਬਿਨਾਂ ਵੀ ਹੋ ਸਕਦੀ ਹੈ ਅਤੇ ਸਹਾਇਕ ਕਿਰਿਆ ਤੋਂ ਨਾਲ ਵੀ ਹੋ ਸਕਦੀ ਹੈ। ਜਿਵੇਂ ਦੋਸਤੋ ਮੈਂ ਸਭ ਕਿਤਾਬਾਂ ਰੱਖਦਾ ਹਾਂ, ਤਾਂ ਰੱਖਦਾ ਹਾਂ ਇੱਥੇ ਸਾਡੀ ਮੁੱਖ ਕਿਰਿਆ ਹੋ ਜਾਏਗੀ। ਇਹ ਸੀ ਦੋਸਤੋ ਸਾਡਾ ਕਿਰਿਆ ਦਾ ਭਾਗ। ਕਿਰਿਆ ਦਾ ਜਿਹੜਾ ਟੌਪਿਕ ਹੈ ਇਹ ਸੀ ਦੋਸਤੋ। ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਦੋਸਤੋ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ। ਤੁਸੀਂ ਜੇ ਪਹਿਲੀ ਵਾਰ ਸਾਡੇ ਚੈਨਲ ਨੂੰ ਵੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਥੈਂਕ ਯੂ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ। ਅਸੀਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ।